ਬਾਣੀ ਸ਼ਬਦ ਵਿਚਾਰ। ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਪਵਿੱਤਰ ਬਾਣੀ ਦੀ ਵਿਚਾਰ ਨਾਲ ਸਾਂਝ ਪਾਉਣ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਜੀ ਅੱਜ ਦੇ ਅੰਮ੍ਰਿਤਮਈ ਬਚਨਾਂ ਰਾਹੀਂ ਜੋ ਸਾਨੂੰ ਮਨੁੱਖੀ ਦੁਨਿਆਵੀ ਜੀਵਾਂ ਨੂੰ ਸਮਝਾਉਣਾ ਚਾਹੁੰਦੇ ਨੇ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਮਹੱਲਾ ਤੀਜਾ। ਸਤਿਗੁਰ ਸੇਵ ਸੁਖ ਪਾਇਆ, ਸਚ ਨਾਮ ਗੁਣ ਤਾਸ। ਗੁਰਮਤੀ ਆਪ ਪਛਾਣਿਆ, ਰਾਮ ਨਾਮ ਪ੍ਰਗਾਸ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਸ਼ਬਦ ਵਿਚਾਰ ਦਾ ਲਾਹਾ ਪ੍ਰਾਪਤ ਕਰਦੇ ਆ ਰਹੇ ਹੋ। ਜਿੱਥੇ ਅੱਜ ਪਾਵਨ ਬਾਣੀ ਦੀ ਵਿਚਾਰ ਹੈ, ਉੱਥੇ ਅੱਜ ਸਤਵੇਂ ਪਾਤਸ਼ਾਹ ਧੰਨ ਧੰਨ ਗੁਰੂ ਹਰਿ ਰਾਏ ਸਾਹਿਬ ਜੀ ਸਤਿਗੁਰੂ ਜੀ ਦਾ ਗੁਰਤਾ ਗੱਦੀ ਦਿਵਸ ਵੀ ਹੈ। ਅੰਮ੍ਰਿਤਮਈ ਬਾਣੀ ਦੀ ਵਿਚਾਰ ਦੇ ਨਾਲ ਨਾਲ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਨੇ ਜੋ ਸਾਨੂੰ ਉਪਦੇਸ਼ ਦਿੱਤਾ ਹੈ, ਗਿਆਨ ਦਿੱਤਾ ਹੈ, ਉਸ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਵਸਾਉਣ ਦਾ ਯਤਨ ਕਰਾਂਗੇ। ਰੋਜ਼ਾਨਾ ਜੋ ਆਪ ਜੀ ਲੜੀਵਾਰ ਗੁਰਬਾਣੀ ਵਿਚਾਰ ਨਾਲ ਜੁੜ ਰਹੇ ਹੋ, ਸ਼੍ਰੀ ਰਾਗ ਕਈ ਵਾਰ 22 ਵਾਰਾਂ ਦੇ ਵਿੱਚੋਂ ਦੀ ਇਹ ਪਹਿਲੀ ਵਾਰ ਜੋ ਸ਼੍ਰੀ ਰਾਗ ਦੇ ਵਿੱਚ ਹੈ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਵੱਲੋਂ ਉਚਾਰਨ ਕੀਤੀ ਹੋਈ, ਜਿਹਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਲੋਕਾਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਵਿੱਚ ਸੁਭਾਏਮਾਨ ਕੀਤਾ। ਅੱਜ ਦੇ ਅੰਮ੍ਰਿਤਮਈ ਬਚਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 86 ਦੇ ਉੱਪਰ ਸੁਭਾਏਮਾਨ ਹਨ। ਇਸ ਪਾਵਨ ਵਾਰ ਵਿੱਚੋਂ ਪਹਿਲਾ ਸ਼ਲੋਕ ਜਿਹੜਾ ਆਪ ਜੀ ਨੇ ਕੱਲ ਸਰਵਨ ਕੀਤਾ, ਅਗਲੇਰੇ ਸ਼ਲੋਕ ਔਰ ਪੌੜੀ ਦੀ ਵਿਚਾਰ ਦੇ ਨਾਲ ਮਨ ਬਿਰਤੀਆਂ ਨੂੰ ਜੋੜੀਏ। ਜੋ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਸਮਝਾਉਣ ਦਾ ਯਤਨ ਕਰਦੇ ਨੇ, ਗੁਰੂ ਅਮਰਦਾਸ ਮਹਾਰਾਜ ਸਤਿਗੁਰੂ ਜੀ ਆਪਣੀ ਵਿਚਾਰ ਦੇ ਰਾਹੀਂ ਹੀ ਉਸੇ ਵਿਚਾਰ ਨੂੰ ਸਮਝਾਉਣ ਦਾ ਯਤਨ ਕਰ ਰਹੇ ਨੇ। ਇਸ ਪਾਵਨ ਵਾਰ ਦੇ ਵਿੱਚ ਜੋ ਦੂਸਰਾ ਸ਼ਲੋਕ ਹੈ, ਜਿਹਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਕਿ ਸਤਿਗੁਰ ਸੇਵ ਸੁਖ ਪਾਇਆ, ਸਚ ਨਾਮ ਗੁਣ ਤਾਸ। ਸਤਿਗੁਰੂ ਨੂੰ ਸੇਵ ਕੇ ਸਿਮਰ ਕੇ ਜਾਂ ਸਤਿਗੁਰੂ ਜੀ ਦਾ ਹੁਕਮ ਮੰਨ ਕੇ ਸੁਖ ਪਾਇਆ, ਸੁਖ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰੂ ਨੂੰ ਸਿਮਰ ਕੇ ਕੀ ਮਿਲਿਆ? ਸਤਿਗੁਰੂ ਦੇ ਹੁਕਮ ਵਿੱਚ ਚੱਲ ਕੇ ਐਸੀ ਕਿਹੜੀ ਬਖਸ਼ਿਸ਼ ਮਿਲ ਗਈ ਜਿਹਦੇ ਨਾਲ ਸੁੱਖ ਪਾਇਆ, ਸੁੱਖ ਦੀ ਪ੍ਰਾਪਤੀ ਹੋਈ।
ਉਹ ਹੈ ਸੱਚ ਨਾਮ ਗੁਣ ਤਾਸ। ਤਾਸ ਕਹਿੰਦੇ ਆ ਖਜ਼ਾਨਾ। ਸੱਚੇ ਨਾਮ ਦਾ ਗੁਣਾਂ ਵਾਲਾ ਖਜ਼ਾਨਾ ਜਿਹੜਾ ਸੀ ਉਹਨਾਂ ਨੂੰ ਮਿਲ ਗਿਆ। ਜਿਹੜੇ ਸਤਿਗੁਰੂ ਜੀ ਦੀ ਸੇਵਾ ਵਿੱਚ ਜੁੜੇ, ਜਿਹੜੇ ਸਤਿਗੁਰੂ ਜੀ ਦੇ ਹੁਕਮ ਵਿੱਚ ਚੱਲੇ, ਉਹਨਾਂ ਨੂੰ ਸੱਚੇ ਨਾਮ ਦਾ ਗੁਣਾਂ ਵਾਲਾ, ਸ਼ੁਭ ਗੁਣਾਂ ਵਾਲਾ ਖਜ਼ਾਨਾ ਮਿਲ ਗਿਆ। ਔਰ ਸ਼ੁਭ ਗੁਣਾਂ ਦੇ ਖਜ਼ਾਨੇ ਵਿੱਚ ਹੀ ਸੁੱਖ ਪਾਇਆ, ਕਿਉਂਕਿ ਸੁੱਖ ਸ਼ੁਭ ਗੁਣਾਂ ਦੇ ਆਧਾਰ 'ਤੇ ਮਿਲਦਾ ਹੈ। ਪਰ ਸਾਡੇ ਜੀਵਨ ਵਿੱਚ ਦੁੱਖ ਹੈ, ਤੇ ਜੇ ਉਹ ਦੁੱਖ ਹੈ ਤੇ ਇਹਦਾ ਮਤਲਬ ਸਾਡੇ ਜੀਵਨ ਵਿੱਚ ਅਵਗਣ ਨੇ। ਅਵਗਣਾ ਕਰਕੇ ਦੁੱਖ ਹੈ ਤੇ ਸ਼ੁਭ ਗੁਣਾ ਕਰਕੇ ਸੁੱਖ ਹੈ। ਸਤਿਗੁਰੂ ਮਹਾਰਾਜ ਦੇ ਦਰ ਤੇ ਆ ਕੇ ਜਿਨ੍ਹਾਂ ਨੇ ਅਰਦਾਸ ਕੀਤੀ ਕਿ ਸਤਿਗੁਰੂ ਕਿਰਪਾ ਕਰੋ, ਸਾਡੇ ਅਵਗਣ ਜਿਹੜੇ ਨੇ ਇਹ ਮਿਟ ਜਾਣ ਤੇ ਸ਼ੁਭ ਗੁਣ, ਸ਼ੁਭ ਗੁਣਾਂ ਦਾ ਖਜ਼ਾਨਾ ਸਾਨੂੰ ਮਿਲ ਜਾਏ। ਜਿਨ੍ਹਾਂ ਨੇ ਅਰਦਾਸ ਕੀਤੀ, ਹਮ ਅਵਗਣ ਭਰੇ ਏਕ ਗੁਣ ਨਹੀਂ, ਸਾਡੇ ਵਿੱਚ ਇੱਕ ਵੀ ਗੁਣ ਨਹੀਂ ਹੈ, ਅਸੀਂ ਸੁੱਖ ਕਿਵੇਂ ਪਾਈਏ, ਸਾਨੂੰ ਸੁੱਖ ਕਿਵੇਂ ਮਿਲੇਗਾ। ਇਸ ਲਈ ਕਿਰਪਾ ਕਰੋ ਤੁਸੀਂ ਸਾਡੇ ਅਵਗਣ ਮਿਟ ਜਾਣ ਤੇ ਸਾਨੂੰ ਸ਼ੁਭ ਗੁਣ ਪ੍ਰਾਪਤ ਹੋ ਜਾਣ। ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਫਿਰ ਜਿਨ੍ਹਾਂ ਨੇ ਸਤਿਗੁਰੂ ਨੂੰ ਸੇਵਿਆ, ਸਤਿਗੁਰੂ ਨੂੰ ਸਿਮਰਿਆ ਜਾਂ ਸਤਿਗੁਰੂ ਦੇ ਹੁਕਮ ਅਨੁਸਾਰ ਚੱਲਣਾ ਕੀਤਾ, ਉਹਨਾਂ ਨੂੰ ਸਤਿਗੁਰੂ ਜੀ ਨੇ ਸੱਚੇ ਨਾਮ ਦਾ, ਸ਼ੁਭ ਗੁਣਾਂ ਦਾ ਖਜ਼ਾਨਾ ਬਖਸ਼ਿਆ। ਤੇ ਜਿਨ੍ਹਾਂ ਨੂੰ ਖਜ਼ਾਨਾ ਬਖਸ਼ਿਆ ਉਹਨਾਂ ਨੇ ਸੁੱਖ ਪਾ ਲਿਆ। ਗੁਰਮਤੀ ਆਪ ਪਛਾਣਿਆ, ਰਾਮ ਨਾਮ ਪਰਗਾਸ। ਹੁਣ ਸ਼ੁਭ ਗੁਣਾਂ ਦਾ ਖਜ਼ਾਨਾ ਪਾਉਣਾ ਤੇ ਸੁੱਖ ਦੀ ਪ੍ਰਾਪਤੀ ਜਿਹੜੀ ਸੀ ਇਹ ਕਿਵੇਂ ਹੋ ਗਈ? ਕਹਿੰਦੇ ਗੁਰਮਤੀ, ਗੁਰੂ ਦੀ ਮਤ ਜਦੋਂ ਗ੍ਰਹਿਣ ਕੀਤੀ, ਆਪ ਪਛਾਣਿਆ, ਆਪਣਾ ਆਪਾ ਪਛਾਣ ਵਿੱਚ ਆ ਗਿਆ। ਹਜੇ ਤੇ ਦੂਜਿਆਂ ਦੀ ਪਛਾਣ ਹੈ ਕਿ ਫਲਾਣਾ ਕੀ ਕਰਦਾ ਹੈ, ਫਲਾਣਾ ਕੀ ਕਰ ਰਿਹਾ, ਫਲਾਣੇ ਦੇ ਵਿੱਚ ਕੀ ਕਮੀਆਂ ਨੇ, ਕੀ ਖਾਮੀਆਂ ਨੇ, ਫਲਾਣੇ ਦੇ ਵਿੱਚ ਕਿਹੜੇ ਕਿਹੜੇ ਅਵਗਣ ਨੇ, ਹਜੇ ਇਹ ਪਛਾਣ ਵਿੱਚ ਆਏ। ਪਰ ਆਪਣੀ ਪਛਾਣ ਨਹੀਂ ਕਿ ਅਸੀਂ ਜਿਹਦਾ ਅਵਗਣ ਫਰੋਲ ਲਏ ਹਾਂ ਉਹਦੇ ਨਾਲੋਂ ਕਈ ਗੁਣਾ ਵੱਧ ਅਵਗਣ ਕੀ ਪਤਾ ਮੇਰੇ ਅੰਦਰ ਹੋਣ। ਜੇ ਮੈਂ ਦੂਜਿਆਂ ਦੀ ਕਮੀ ਦੇਖ ਰਿਹਾ, ਖਾਮੀਆਂ ਕੱਢ ਰਿਹਾ, ਕੀ ਪਤਾ ਉਹਦੇ ਨਾਲੋਂ ਕਈ ਗੁਣਾ ਵੱਧ ਮੇਰੇ ਵਿੱਚ ਕਮੀਆਂ ਹੋਣ, ਮੇਰੇ ਵਿੱਚ ਖਾਮੀਆਂ ਹੋਣ। ਪਰ ਹਜੇ ਆਪਣੇ ਆਪੇ ਦੀ ਪਛਾਣ ਨਾ ਹੋਣ ਕਰਕੇ ਹਜੇ ਦੂਜਿਆਂ ਦੀਆਂ ਕਮੀਆਂ ਹੀ ਨਿਕਲ ਰਹੀਆਂ ਨੇ। ਇਸੇ ਲਈ ਮਹਾਰਾਜ ਨੇ ਆਖਿਆ ਸੀ ਕਿ ਤੂੰ ਦੂਜਿਆਂ ਦੇ ਜੀਵਨ ਵਿੱਚ ਝਾਤ ਮਾਰਨ ਦੀ ਬਜਾਏ ਆਪਣੇ ਜੀਵਨ ਦੇ ਅੰਦਰ ਝਾਤੀ ਮਾਰ। ਤੂੰ ਆਪਣੇ ਆਪ ਨੂੰ ਪਛਾਣਨ ਦਾ ਯਤਨ ਕਰ। ਕਿਤੇ ਦੂਜਿਆਂ ਨੂੰ ਪਛਾਣਦਿਆਂ ਦੂਜੇ ਦੀਆਂ ਕਮੀਆਂ ਕੱਢਦਿਆਂ ਤੇਰੀ ਜ਼ਿੰਦਗੀ ਦਾ ਸਮਾਂ ਹੀ ਨਾ ਮੁੱਕ ਜਾਏ। ਤੂੰ ਆਪਣੇ ਆਪ ਨੂੰ ਪਛਾਣਨ ਦਾ ਯਤਨ ਕਰ। ਤੇ ਜਿਸ ਦਿਨ ਆਪਣੇ ਆਪ ਨੂੰ ਪਛਾਣਿਆ, ਫਿਰ ਜਾ ਕੇ ਪਤਾ ਲੱਗਾ ਕਿ ਹਮ ਨਹੀਂ ਚੰਗੇ, ਬੁਰਾ ਨਹੀਂ ਕੋਏ। ਜਦੋਂ ਆਪਣਾ ਆਪਾ ਪਛਾਣ ਵਿੱਚ ਆਇਆ, ਫਿਰ ਪਤਾ ਲੱਗਾ ਮੈਂ ਦੂਜਿਆਂ ਨੂੰ ਹੀ ਬੁਰਾ ਕਹੀ ਜਾਂਦਾ ਸੀ, ਪਰ ਪਤਾ ਤੇ ਹੁਣ ਲੱਗਾ ਕਿ ਹਮ ਨਹੀਂ ਚੰਗੇ, ਬੁਰਾ ਨਹੀਂ ਕੋਏ, ਪਰਨਵਤ ਨਾਨਕ ਤਾਰੈ ਸੋਏ। ਜਦੋਂ ਹੁਣ ਆਪਣਾ ਆਪ ਪਛਾਣ ਵਿੱਚ ਕਿਵੇਂ ਆਇਆ? ਗੁਰਮਤੀ, ਗੁਰੂ ਦੀ ਮੱਤ ਦੇ ਨਾਲ, ਆਪਣੀ ਮੱਤ ਨਾਲ ਨਹੀਂ। ਕਿਉਂਕਿ ਆਪਣੀ ਮੱਤ ਨਾਲ ਅਸੀਂ ਆਪਣੇ ਆਪ ਨੂੰ ਪਛਾਣਨਾ ਹੀ ਨਹੀਂ ਚਾਹੁੰਦੇ, ਅਸੀਂ ਆਪਣੇ ਅਵਗਣ ਫਰੋਲਣਾ ਹੀ ਨਹੀਂ ਚਾਹੁੰਦੇ। ਇਹ ਕਾਰਨ ਹੈ ਕਿ ਅਸੀਂ ਸਾਰੀ ਦਿਹਾੜੀ
ਦੂਜਿਆਂ ਦੀਆਂ ਗੱਲਾਂ ਤੇ ਕਰ ਸਕਦੇ ਹਾਂ, ਸੁਣ ਸਕਦੇ ਹਾਂ, ਦੂਜਿਆਂ ਦੇ ਅਵਗਣ ਫਰੋਲੇ ਜਾ ਰਹੇ ਹੋਣ ਤੇ ਬੜਾ ਸਵਾਦ ਆਉਂਦਾ ਹੈ, ਬੜਾ ਇੱਕ ਵੱਖਰਾ ਜਿਹਾ ਰਸ ਮਿਲਦਾ ਹੈ। ਪਰ ਜਦੋਂ ਹੀ ਕਿਤੇ ਆਪਣੀ ਗੱਲ ਛਿੜ ਜਾਏ ਤੇ ਬੰਦਾ ਕਾਹਲਾ ਪੈ ਜਾਂਦਾ ਹੈ। ਬੰਦਾ ਕਹਿੰਦਾ ਨਹੀਂ ਹੋਰ ਕੋਈ ਗੱਲ ਕਰੋ, ਜਾਂ ਬੰਦਾ ਕਹਿੰਦਾ ਵੀ ਮੇਰੇ ਕੋਲ ਸਮਾਂ ਨਹੀਂ, ਮੈਂ ਉੱਠ ਕੇ ਚੱਲਿਆ। ਕਿਉਂ? ਪਹਿਲੇ ਤੇ ਸਮਾਂ ਹੀ ਸਮਾਂ ਸੀ ਜਦੋਂ ਦੂਜਿਆਂ ਦੀਆਂ ਗੱਲਾਂ ਹੋ ਰਹੀਆਂ। ਜਦੋਂ ਆਪਣੇ ਬਾਰੇ ਕੋਈ ਗੱਲ ਹੋਈ ਤੇ ਉਸੇ ਵੇਲੇ ਮਨ ਕਾਹਲਾ ਪੈ ਗਿਆ। ਅਸੀਂ ਆਪਣੇ ਬਾਰੇ ਕੁਝ ਵੀ ਸੁਣਨਾ ਨਹੀਂ ਚਾਹੁੰਦੇ, ਅਸੀਂ ਆਪਣੇ ਬਾਰੇ ਕੁਝ ਵੀ ਨਹੀਂ ਬੋਲਣਾ ਚਾਹੁੰਦੇ ਹਾਂ। ਬਸ ਦੂਜਿਆਂ ਬਾਰੇ ਬੋਲਣਾ ਤੇ ਦੂਜਿਆਂ ਬਾਰੇ ਸੁਣਨਾ ਚਾਹੁੰਦੇ ਹਾਂ, ਕਿਉਂਕਿ ਹਜੇ ਆਪਣੀ ਪਛਾਣ ਨਹੀਂ ਨਾ ਹੋਈ। ਪਰ ਜਦੋਂ ਹੀ ਗੁਰੂ ਦੀ ਮੱਤ ਦੇ ਵਿੱਚ ਸਾਡੀ ਮੱਤ ਜਾ ਕੇ ਰਲ ਗਈ, ਫਿਰ ਆਪਣਾ ਆਪ ਪਛਾਣ ਦੇ ਵਿੱਚ ਆਇਆ। ਤੇ ਜਦੋਂ ਹੁਣ ਆਪਣਾ ਆਪ ਪਛਾਣ ਵਿੱਚ ਕਿਵੇਂ ਆਇਆ? ਕਿਉਂਕਿ ਗੁਰੂ ਦੀ ਮੱਤ ਵਿੱਚ ਨਾਮ ਦਾ ਪ੍ਰਕਾਸ਼ ਹੋ ਗਿਆ। ਕੋਈ ਚੀਜ਼ ਪਛਾਣ ਵਿੱਚ ਤਾਂ ਹੀ ਆਏਗੀ ਜੇ ਚਾਨਣ ਹੋਏਗਾ, ਹਨੇਰੇ ਵਿੱਚ ਤੇ ਪਛਾਣ ਹੁੰਦੀ ਨਹੀਂ। ਅਕਸਰ ਆਪਾਂ ਕਹਿੰਦੇ ਆ ਵੀ ਹਨੇਰਾ ਬਹੁਤ ਸੀ, ਪਛਾਣ ਨਹੀਂ ਹੋ ਸਕੀ ਵੀ ਕੌਣ ਆਇਆ ਕੌਣ ਗਿਆ। ਰਾਤ ਦੇ ਹਨੇਰੇ ਵਿੱਚ ਤਾਂ ਰੱਸੀ ਦੀ ਵੀ ਪਛਾਣ ਨਹੀਂ ਹੁੰਦੀ, ਬੰਦਾ ਸੱਪ ਸਮਝ ਕੇ ਡਰ ਜਾਂਦਾ ਹੈ। ਇਸੇ ਤਰ੍ਹਾਂ ਸਾਡੇ ਅੰਦਰ ਹਨੇਰਾ, ਵਿਕਾਰਾਂ ਦਾ ਹਨੇਰਾ, ਉਹਦੇ ਵਿੱਚ ਪ੍ਰਕਾਸ਼ ਚਾਹੀਦਾ, ਉਹਦੇ ਵਿੱਚ ਚਾਨਣ ਚਾਹੀਦਾ ਹੈ। ਤੇ ਉਹ ਚਾਨਣ ਮਿਲਣਾ ਗੁਰੂ ਦੀ ਮੱਤ ਵਿੱਚੋਂ। ਜਦੋਂ ਗੁਰੂ ਦੀ ਮੱਤ ਵਿੱਚ ਨਾਮ ਦਾ ਪ੍ਰਕਾਸ਼ ਹੋਇਆ, ਫਿਰ ਆਪਣਾ ਆਪ ਪਛਾਣ ਵਿੱਚ ਆਇਆ। ਤੇ ਜਦੋਂ ਆਪਣਾ ਆਪ ਪਛਾਣ ਆਇਆ, ਫਿਰ ਅਵਗਣ ਜਿਹੜੇ ਸੀ ਇਹ ਨਿਕਲੇ ਤੇ ਸ਼ੁਭ ਗੁਣ ਅੰਦਰ ਗ੍ਰਹਿਣ ਕੀਤੇ। ਉਸ ਸ਼ੁਭ ਗੁਣਾਂ ਦੇ ਆਸਰੇ ਤੇ ਹੀ ਸੁੱਖ ਪਾਇਆ ਹੈ। ਕਈ ਵਾਰ ਸਾਡੇ ਕੋਲ ਐਸੀਆਂ ਦਾਤਾਂ ਮਾਲਕ ਨੇ ਜਿਹੜੀਆਂ ਦਿੱਤੀਆਂ ਨੇ, ਹੁੰਦੀਆਂ ਨੇ, ਪਰ ਉਹਦੀ ਪਛਾਣ ਨਾ ਹੋਣ ਕਰਕੇ ਅਸੀਂ ਦੂਜਿਆਂ ਵੱਲ ਵੇਖ ਵੇਖ ਕੇ ਹੀ ਦੁਖੀ ਹੁੰਦੇ ਰਹਿੰਦੇ ਹਾਂ। ਦੂਜਿਆਂ ਵੱਲ ਵੇਖ ਵੇਖ ਕੇ ਹੀ ਆਪਣੇ ਆਪ ਨੂੰ ਦੁਖੀ ਕਰਦੇ ਰਹਿੰਦੇ ਹਾਂ। ਫਲਾਣੇ ਕੋਲ ਤੇ ਆਹ ਕੁਛ ਹੈ, ਉਹਦੇ ਕੋਲ ਤੇ ਇੰਨਾ ਕੁਛ ਹੈ। ਪਰ ਆਪਣੇ ਘਰ ਵਿੱਚ ਕੀ ਹੈ, ਉਹਦੀ ਪਛਾਣ ਨਾ ਹੋਣ ਕਰਕੇ ਅਸੀਂ ਦੂਜਿਆਂ ਵੱਲ ਵੇਖ ਕੇ ਜ਼ਿਆਦਾ ਦੁਖੀ ਹੁੰਦੇ ਹਾਂ। ਸਾਹਿਬ ਕਹਿੰਦੇ ਜਿਸ ਦਿਨ ਤੂੰ ਆਪਣੇ ਆਪ ਨੂੰ ਪਛਾਣ ਲਏਗਾ, ਉਸ ਦਿਨ ਦੁਖੀ ਨਹੀਂ, ਉਸ ਦਿਨ ਸੁਖੀ ਹੋ ਜਾਏਗਾ। ਹੁਣ ਸਭ ਤੋਂ ਵੱਧ ਔਖਾ ਕੀ ਹੈ? ਆਪਣੇ ਆਪ ਨੂੰ ਪਛਾਣਨਾ। ਸਾਹਿਬ ਕਹਿੰਦੇ ਨੇ ਗੁਰਮਤੀ ਆਪ ਪਛਾਣਿਆ। ਗੁਰਮਤੀ, ਗੁਰੂ ਦੀ ਮੱਤ ਲੈ ਕੇ, ਤੇ ਜੇ ਗੁਰੂ ਦੀ ਮੱਤ ਲੈਣੀ ਆ ਤਾਂ ਆਪਣੀ ਮੱਤ ਛੱਡਣੀ ਪਏਗੀ। ਜੇ ਅਸੀਂ ਗੁਰੂ ਦੀ ਮੱਤ ਲੈਣੀ ਆ ਤੇ ਫਿਰ ਸਾਨੂੰ ਆਪਣੀ ਮੱਤ ਨੂੰ ਛੱਡਣਾ ਪਏਗਾ। ਜਿਨ੍ਹਾਂ ਨੇ ਆਪਣੀ ਮੱਤ ਛੱਡ ਕੇ ਗੁਰੂ ਦੀ ਮੱਤ ਲਈ, ਆਪ ਪਛਾਣਿਆ, ਉਹਨਾਂ ਨੇ ਆਪਣਾ ਆਪਾ ਪਛਾਣ ਲਿਆ। ਕਿਉਂ? RAM ਨਾਮ ਪਰਗਾਸ, ਕਿਉਂਕਿ ਉਹਨਾਂ ਅੰਦਰ ਸੱਚੇ ਨਾਮ ਦਾ ਪ੍ਰਕਾਸ਼ ਹੋ ਗਿਆ, ਸੱਚੇ ਨਾਮ ਦਾ ਚਾਨਣ ਹੋ ਗਿਆ। ਗੁਰਬਾਣੀ ਕੀ ਹੈ? ਗੁਰਬਾਣੀ ਸਾਡੇ ਅੰਦਰ ਚਾਨਣ ਕਰਨ ਵਾਸਤੇ ਹੈ। ਗੁਰਬਾਣੀ ਸਾਨੂੰ ਅੰਦਰ, ਸਾਡੇ ਅੰਦਰ ਦੇ ਵਿਕਾਰਾਂ ਦੇ ਹਨੇਰੇ ਨੂੰ ਦੂਰ ਕਰਨ ਵਾਸਤੇ ਹੈ। ਗੁਰਬਾਣੀ ਇਸ ਜਗ ਮੈਂ ਚਾਨਣ, ਇਹ ਉਹ ਚਾਨਣ ਹੈ ਜਿਹਨੇ ਸਾਡੇ ਮਨਾਂ ਦੇ ਹਨੇਰੇ ਨੂੰ ਦੂਰ ਕਰਨਾ ਹੈ। ਬਾਹਰ ਦਾ ਚਾਨਣ ਤੇ ਬਾਹਰ ਤੱਕ ਹੀ ਸੀਮਤ ਰਹਿ ਗਿਆ, ਪਰ ਜਿਹੜਾ ਗੁਰਬਾਣੀ ਦਾ ਚਾਨਣ ਹੈ ਇਹ ਸਾਡੇ ਮਨ ਦੇ ਹਨੇਰੇ ਨੂੰ ਦੂਰ ਕਰਨ ਵਾਸਤੇ ਹੈ। ਇਸ ਲਈ ਗੁਰੂ ਦੀ ਮੱਤ ਵਿੱਚ ਨਾਮ ਦੀ ਦਾਤ ਮਿਲੀ। ਉਸ ਨਾਮ ਦੀ ਦਾਤ ਦੇ ਨਾਲ ਪ੍ਰਕਾਸ਼ ਹੋਇਆ। ਜਦੋਂ ਪ੍ਰਕਾਸ਼ ਹੋਇਆ, ਫਿਰ ਸਤਿਗੁਰੂ ਨੂੰ ਸੇਵ ਕੇ ਸੱਚੇ ਨਾਮ ਦਾ ਸ਼ੁਭ ਗੁਣਾਂ ਵਾਲਾ ਖਜ਼ਾਨਾ ਪਾ ਕੇ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ। ਸੱਚੋ ਸੱਚ ਕਮਾਵਣਾ, ਵਡਿਆਈ ਵੱਡੇ ਪਾਸ। ਜਿਉ ਪਿੰਡ ਸਭ ਤਿਸ ਕਾ,
ਸਿਫਤ ਕਰੇ ਅਰਦਾਸ। ਇੱਕ ਇੱਕ ਕਦਮ ਚੱਲ ਕੇ ਹੀ ਮੰਜ਼ਲ ਤੇ ਪਹੁੰਚਿਆ ਜਾਂਦਾ ਹੈ। ਇੱਕ ਇੱਕ ਸਟੈਪ ਅੱਗੇ ਵੱਧ ਕੇ ਹੀ ਮੁਕਾਮ ਤੇ ਪਹੁੰਚਿਆ ਜਾਂਦਾ ਹੈ। ਪਹਿਲਾ ਕਦਮ ਸਾਡਾ ਸਤਿਗੁਰੂ ਵੱਲ, ਦੂਸਰਾ ਕਦਮ ਸਤਿਗੁਰੂ ਦੀ ਮੱਤ ਲੈਣਾ, ਤੀਸਰਾ ਕਦਮ ਹੈ ਗੁਰੂ ਦੀ ਮੱਤ ਵਿੱਚ ਨਾਮ ਦੀ ਦਾਤ ਮਿਲਣੀ, ਚੌਥੇ ਕਦਮ ਵਿੱਚ ਫਿਰ ਉਸ ਨਾਮ ਦੀ ਦਾਤ ਲੈ ਕੇ ਅੰਦਰ ਪ੍ਰਕਾਸ਼ ਹੋ ਜਾਣਾ। ਫਿਰ ਅਗਲੇ ਕਦਮ ਦੇ ਵਿੱਚ ਸੁੱਖ ਦੀ ਪ੍ਰਾਪਤੀ ਹੋ ਜਾਣੀ। ਜਦੋਂ ਸੁੱਖ ਦੀ ਪ੍ਰਾਪਤੀ ਹੋਈ ਤੇ ਫਿਰ ਅਗਲਾ ਕਦਮ ਜਿਹੜਾ ਸੀ ਉਹ ਸੱਚ ਦੇ ਵੱਲ ਵੱਧਦਾ ਹੈ। ਫਿਰ ਅਗਲਾ ਕਦਮ ਜਿਹੜਾ ਹੈ ਉਹ ਕੂੜ ਦੇ ਵੱਲ ਵਾਲੇ ਪਾਸੇ ਨੂੰ ਨਹੀਂ ਵੱਧਦਾ। ਫਿਰ ਸਮਝ ਆ ਜਾਂਦੀ ਹੈ ਕਿ ਸੱਚੋ ਸੱਚ ਕਮਾਵਣਾ। ਇਹ ਕਿਹਨੂੰ ਸਮਝ ਆਈ? ਗੁਰਮਤੀ ਆਪ ਪਛਾਣਿਆ। ਜਿਹਨੇ ਗੁਰੂ ਦੀ ਮੱਤ ਲੈ ਕੇ ਆਪਣਾ ਆਪਾ ਪਛਾਣਿਆ, ਉਹਨੇ ਆਖਿਆ ਨਹੀਂ, ਕੂੜ ਕਮਾਉਣ ਵਾਸਤੇ ਥੋੜ੍ਹੀ ਆਏ ਆ ਆਪਾਂ। ਅਸੀਂ ਇਸ ਮਨੁੱਖਾ ਜਨਮ ਦੇ ਵਿੱਚ ਕੂੜ ਦਾ ਸੌਦਾ ਇਕੱਠਾ ਕਰਨ ਨਹੀਂ ਆਏ, ਕੂੜ ਕਮਾਉਣ ਨਹੀਂ ਆਏ। ਅਸੀਂ ਤੇ ਸਚਿਆਰ ਹੋਣ ਵਾਸਤੇ ਆਏ ਹਾਂ। ਅਸੀਂ ਸੱਚ ਦਾ ਸੌਦਾ ਹੀ ਇਕੱਠਾ ਕਰਨ ਆਏ ਹਾਂ, ਕਿਉਂਕਿ ਸੱਚ ਦਾ ਸੌਦਾ ਹੀ ਸਾਡਾ ਔੜਕ ਦੇ ਨਾਲ ਨਿਭਣਾ ਹੈ, ਔੜਕ ਤੱਕ ਨਿਭਣਾ ਹੈ। ਗੁਰੂ ਸਾਹਿਬ ਜੀ ਕੋਲ ਆ ਕੇ ਸਾਡਾ ਮਕਸਦ ਵੀ ਇਹੀ ਸੀ ਕਿ ਇਹ ਅਰਦਾਸ ਕਰਦੇ, ਕਿਮ ਸਚਿਆਰਾ ਹੋਈਐ, ਕਿਮ ਕੂੜੈ ਟੁੱਟੈ ਪਾਲ। ਮਾਲਕ ਜੀ, ਤੁਹਾਡੇ ਦਰ ਤੇ ਅਸੀਂ ਆਏ ਹਾਂ ਸੱਚ ਕਮਾਉਣ ਵਾਸਤੇ, ਤੇ ਸਾਨੂੰ ਦੱਸੋ ਸੱਚ ਕਮਾਇਆ ਕਿਵੇਂ ਜਾਏਗਾ, ਕਿਉਂਕਿ ਅਸੀਂ ਕੂੜ ਨਾਲ ਭਰੇ ਹਾਂ, ਕੁੜਿਆਰ ਹਾਂ, ਕੂੜ ਦਾ ਸੌਦਾ ਹੀ ਇਕੱਠਾ ਕਰ ਰਹੇ ਹਾਂ। ਤੇ ਜਿਨ੍ਹਾਂ ਨੂੰ ਫਿਰ ਗੁਰੂ ਦੀ ਮੱਤ ਮਿਲੀ, ਉਹਨਾਂ ਨੇ ਫਿਰ ਸੱਚ ਨੂੰ ਕਮਾਇਆ ਹੈ। ਤੇ ਜਿਹਨੇ ਸੱਚ ਨੂੰ ਕਮਾਇਆ ਉਹਨੂੰ ਪਤਾ ਹੈ ਕਿ ਵਡਿਆਈ ਵੱਡੇ ਦੇ ਪਾਸ ਹੈ, ਵਡਿਆਈ ਬੰਦੇ ਦੇ ਪਾਸ ਨਹੀਂ। ਜੇ ਉਹ ਵਡਿਆਈ ਦੇਵੇਗਾ ਤਾਂ ਜਗਤ ਵਿੱਚ ਵਡਿਆਈ ਮਿਲਣੀ ਹੈ। ਜੇ ਉਹਦੇ ਘਰੋਂ ਵਡਿਆਈ ਨਹੀਂ ਮਿਲੀ ਤਾਂ ਜਗਤ ਵਿੱਚੋਂ ਵਡਿਆਈ ਨਹੀਂ ਮਿਲਣੀ। ਝੂਠੀਆਂ ਵਡਿਆਈਆਂ ਤੇ ਮਿਲ ਜਾਣਗੀਆਂ, ਜਿਹੜੀਆਂ ਮੂੰਹ ਤੇ ਹੋਰ ਹੁੰਦੀਆਂ ਨੇ, ਪਿੱਠ ਪਿੱਛੇ ਹੋਰ ਹੁੰਦੀਆਂ ਨੇ। ਬੰਦਾ ਮੂੰਹ ਤੇ ਵਡਿਆਈ ਬੜੀ ਵਡਿਆਈ ਕਰਦਾ ਹੈ, ਪਰ ਮਾੜਾ ਜਿਹਾ ਪਾਸਾ ਵੱਟ ਕੇ ਵੇਖਿਓ, ਉਹੀ ਵਡਿਆਈ ਤੁਹਾਡੀ ਬੁਰਿਆਈ ਵਿੱਚ ਬਦਲ ਜਾਂਦੀ ਹੈ। ਇੱਕੋ ਹੀ ਇਨਸਾਨ ਹੈ ਜਿਹਦੇ ਮੁਖ ਤੇ ਵਡਿਆਈ ਹੋ ਰਹੀ ਹੈ ਤੇ ਪਿੱਠ ਪਿੱਛੇ ਬੁਰਿਆਈ ਹੋ ਰਹੀ ਹੈ। ਪਰ ਜਦੋਂ ਦਾਤੇ ਦੇ ਘਰੋਂ ਵਡਿਆਈ ਮਿਲੇ ਨਾ, ਫਿਰ ਮੂੰਹ ਤੇ ਨਹੀਂ, ਪਿੱਠ ਪਿੱਛੇ ਵਡਿਆਈਆਂ ਹੁੰਦੀਆਂ। ਕਈ ਵਾਰ ਆਪ ਜੀ ਦੀ ਰਸਨਾ ਤੋਂ ਹੀ ਸੁਣਿਆ, ਜਦੋਂ ਆਪਾਂ ਕਿਸੇ ਦੀ ਵਡਿਆਈ ਕਰਦੇ ਹਾਂ ਨਾ, ਅਸੀਂ ਕੀ ਕਹਿੰਦੇ ਹਾਂ? ਫਲਾਣੇ ਦੀ ਪਿੱਠ ਸੁਣਦੀ ਹੈ। ਮਤਲਬ ਉਹ ਪਤਾ ਨਹੀਂ ਕਿੱਥੇ ਹੈ, ਕਿੰਨੀ ਦੂਰੀ ਤੇ ਹੈ, ਕਿਹੜੇ ਦੇਸ਼ ਵਿੱਚ ਰਹਿੰਦਾ ਹੈ। ਅਸੀਂ ਕਹਿੰਦੇ ਹਾਂ ਫਲਾਣੇ ਦੀ ਪਿੱਠ ਸੁਣਦੀ ਹੈ, ਉਹਦੇ ਵਿੱਚ ਆਹ ਗੁਣ ਨੇ। ਇਹ ਹੈ ਸੱਚੀ ਵਡਿਆਈ। ਪਰ ਜਿਹੜੀ ਝੂਠੀ ਵਡਿਆਈ ਹੁੰਦੀ ਹੈ, ਉਹ ਪਿੱਠ ਪਿੱਛੇ ਹੋਰ ਤੇ ਮੁੱਖ ਤੇ ਕੁਝ ਹੋਰ ਹੁੰਦੀ ਹੈ। ਇਸੇ ਲਈ ਆਖਿਆ ਵੀ ਵਡਿਆਈ ਵੱਡੇ ਪਾਸ। ਜਿਹੜਾ ਆਦਰ ਮਾਣ ਇੱਜ਼ਤ ਪਿਆਰ ਸਤਿਕਾਰ ਮਿਲਣਾ ਹੈ, ਉਹ ਵੱਡੇ ਦੇ ਪਾਸ ਹੈ। ਵੱਡਾ ਕੌਣ ਹੈ? ਪਰਮੇਸ਼ਵਰ, ਅਕਾਲ ਪੁਰਖ ਵਾਹਿਗੁਰੂ, ਜਿਹਦੇ ਤੋਂ ਵੱਡਾ ਹੋਰ ਹੈ ਹੀ ਕੋਈ ਨਹੀਂ ਹੈ। ਇਹ ਵਡਿਆਈਆਂ, ਇਹ ਇੱਜ਼ਤ ਮਾਣ ਪਿਆਰ ਸਤਿਕਾਰ ਉਹਦੇ ਪਾਸ ਨੇ ਜਿਹਨੂੰ ਮੇਰੇ ਮਾਲਕ ਨੇ ਵਡਿਆਈਆਂ ਦਿੱਤੀਆਂ। ਸਾਰਾ ਜਗਤ ਵੀ ਉਹਨਾਂ ਦੇ ਅੱਗੇ ਆ ਕੇ ਝੁਕ ਜਾਂਦਾ ਹੈ। ਜਿਨ ਕੋ ਆਪ ਦੇ ਵਡਿਆਈ, ਜਗਤ ਵੀ ਆਪੇ ਆਣ ਤਿਨ ਕੋ ਪੈਰੀ ਪਾਏ। ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨ ਕਹਿੰਦੇ, ਜਿਨ ਕੋ ਆਪ ਦੇ ਵਡਿਆਈ, ਜਿਹਨੂੰ ਮਾਲਕ ਨੇ ਆਪ ਵਡਿਆਈ ਤੁਰੁੱਠ ਕੇ ਦਿੱਤੀ ਹੈ, ਜਗਤ ਵੀ ਆਪੇ ਆਣ ਤਿਨ ਕੋ ਪੈਰੀ ਪਾਏ। ਕਹਿੰਦੇ ਜਗਤ ਵੀ ਆ ਕੇ ਉਹਨਾਂ ਦੇ ਪੈਰੀ, ਭਾਵ ਉਹਨਾਂ ਨੂੰ ਮਾਣ ਦਿੰਦਾ ਹੈ, ਉਹਨਾਂ ਨੂੰ ਇੱਜ਼ਤ ਦਿੰਦਾ ਹੈ, ਉਹਨਾਂ ਨੂੰ ਸਤਿਕਾਰ ਦਿੰਦਾ ਹੈ, ਉਹਨਾਂ ਨੂੰ ਵਡਿਆਈ। ਹੁਣ ਗੁਰੂ ਰਾਮਦਾਸ ਮਹਾਰਾਜ ਤੋਂ ਵੱਧ ਕੌਣ ਜਾਣ ਸਕਦਾ ਹੈ? ਗੁਰੂ ਰਾਮਦਾਸ ਮਹਾਰਾਜ ਜੀ ਦੇ ਹੀ ਬਚਨ ਨੇ। ਤੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਮੈਂ ਤੇ ਪ੍ਰੈਕਟੀਕਲ ਕੀਤਾ ਜੀਵਨ 'ਚ। ਜੋ ਮੈਂ ਦੇਖਿਆ ਹੈ ਦੁਨੀਆ ਦੇ ਅੰਦਰ,
ਕਿ ਜਿਸ ਦਿਨ ਗੁਰੂ ਨਾਨਕ ਸਾਹਿਬ ਦੇ ਘਰ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਦਰ ਤੋਂ ਵਡਿਆਈ ਮਿਲੀ, ਉਸ ਦਿਨ ਹਰ ਇੱਕ ਨੇ ਆਖਿਆ ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੇ ਸਵਾਰਿਆ। ਜਿਨੇ ਸਿਰਿਆ ਸੀ ਉਹਨੇ ਸਵਾਰਿਆ, ਪਰ ਜਦੋਂ ਸਵਾਰਿਆ ਸਾਰੀ ਦੁਨੀਆ ਨੇ ਵਡਿਆਈ ਦਿੱਤੀ ਹੈ, ਸਾਰੀ ਦੁਨੀਆ ਨੇ ਮਾਣ ਸਨਮਾਨ ਦਿੱਤਾ ਹੈ। ਪਰ ਇੱਕ ਟਾਈਮ ਐਸਾ ਸੀ ਜਦੋਂ ਆਪਣੇ ਵੀ ਮੁੱਖ ਫੇਰ ਕੇ ਕਹਿੰਦੇ ਸੀ ਅਸੀਂ ਨਹੀਂ ਜਾਣਦੇ ਇਹ ਕੌਣ ਹੈ, ਅਸੀਂ ਨਹੀਂ ਪਛਾਣਦੇ। ਪਰ ਜਿਸ ਦਿਨ ਦਾਤੇ ਦੇ ਘਰੋਂ ਵਡਿਆਈਆਂ ਮਿਲੀਆਂ, ਉਸ ਦਿਨ ਅੱਖਾਂ ਭਰ ਕੇ ਇੱਕੋ ਗੱਲ ਕਹੀ ਸੀ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਗੁਰ ਸੰਗ ਕੀਰੇ ਹਮ ਥਾਪੇ। ਇੱਕ ਟਾਈਮ ਸੀ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਪਰ ਜਦੋਂ ਦਾ ਗੁਰੂ ਦਾਤੇ ਦੇ ਦਰ ਤੇ ਆ ਕੇ ਗੁਰੂ ਦੀ ਮੱਤ ਨੂੰ ਗ੍ਰਹਿਣ ਕੀਤਾ ਤੇ ਵਡਿਆਈ ਵੱਡੇ ਨੇ ਜਦੋਂ ਦਿੱਤੀ ਤੇ ਸਾਰੇ ਜਗਤ ਨੇ ਮਾਣ ਦਿੱਤਾ, ਸਾਰੇ ਜਗਤ ਨੇ। ਅੱਜ ਕਿਹੜੀ ਰਸਨਾ ਹੈ ਜਿਸ ਰਸਨਾ ਤੇ ਧੰਨ ਗੁਰੂ ਰਾਮਦਾਸ ਜੀ ਦਾ ਨਾਮ ਨਹੀਂ ਆਉਂਦਾ? ਇੱਥੋਂ ਇਹ ਨਹੀਂ ਕਿ ਕੇਵਲ ਆਪਾਂ ਪੰਜਾਬ ਦੀ ਧਰਤੀ ਤੇ ਵਸਦੇ ਹਾਂ, ਨਹੀਂ, ਤੁਸੀਂ ਹੋਰ ਧਰਮਾਂ, ਇੱਥੋਂ ਤੱਕ ਕਿ ਜਿਹੜੇ ਇੱਕ ਟਾਈਮ ਅੰਗਰੇਜ਼ ਪੰਜਾਬ ਦੀ ਧਰਤੀ ਤੇ ਆ ਕੇ ਗੁਰੂ ਰਾਮਦਾਸ ਜੀ ਦੀ ਧਰਤੀ ਤੇ ਆ ਕੇ ਕਬਜ਼ਾ ਕਰਨਾ ਚਾਹੁੰਦੇ ਸਨ, ਅੱਜ ਉਹੀ ਅੰਗਰੇਜ਼ ਨੇ ਜਿਹੜੇ ਗੁਰੂ ਰਾਮਦਾਸ ਦੇ ਘਰ ਆ ਕੇ ਸਜਦਾ ਕਰਨਾ ਚਾਹੁੰਦੇ ਆ। ਉਹ ਅੰਗਰੇਜ਼ ਨੇ ਜਿਹੜੇ ਕਹਿੰਦੇ ਆ ਵੀ ਜਿਸ ਦਿਨ ਅਸੀਂ ਭਾਰਤ ਜਾਵਾਂਗੇ ਤੇ ਸਾਡਾ ਇੱਕੋ ਹੀ ਮਕਸਦ ਹੋਏਗਾ ਕਿ ਗੁਰੂ ਰਾਮਦਾਸ ਦੇ ਘਰ ਜ਼ਰੂਰ ਜਾਣਾ ਹੈ। ਜਿਹੜੇ ਗੁਰੂ ਰਾਮਦਾਸ ਦੇ ਘਰ ਤੇ ਕਬਜ਼ਾ ਕਰਨਾ ਚਾਹੁੰਦੇ ਸੀ, ਅੱਜ ਉਹੀ ਗੁਰੂ ਰਾਮਦਾਸ ਜੀ ਅੱਗੇ ਸਿਰ ਝੁਕਾਉਂਦੇ ਆ, ਕਿਉਂਕਿ ਪਤਾ ਲੱਗ ਗਿਆ ਨਾ ਕਿ ਗੁਰੂ ਰਾਮਦਾਸ ਜੀ ਦੇ ਘਰ ਵਿੱਚ ਕਿੰਨੀਆਂ ਵਡਿਆਈਆਂ ਨੇ। ਇਸ ਲਈ ਆਖਿਆ ਵੀ ਵਡਿਆਈ ਤਾਂ ਵੱਡੇ ਦੇ ਪਾਸ ਹੈ, ਜਿਹਨੂੰ ਉਹ ਵਡਿਆਈ ਦਿੰਦਾ ਸਾਰਾ ਜਗਤ ਉਹਨੂੰ ਮਾਣ ਦਿੰਦਾ। ਤੇ ਜੇ ਉਹਦੇ ਘਰ ਚੋਂ ਵਡਿਆਈ ਨਾ ਮਿਲੀ ਤੇ ਜਿਹੜੀਆਂ ਦੁਨੀਆ ਵਿੱਚੋਂ ਵਡਿਆਈਆਂ ਇਹ ਝੂਠੀਆਂ ਨੇ, ਕਿਉਂਕਿ ਇਹ ਪਿੱਠ ਪਿੱਛੇ ਬੁਰਾਈਆਂ ਬਣ ਜਾਂਦੀਆਂ ਨੇ। ਇਸ ਲਈ ਆਖਿਆ ਸੱਚੋ ਸੱਚ ਕਮਾਵਣਾ, ਜਿਹਨੂੰ ਗੁਰੂ ਦੀ ਮੱਤ ਮਿਲ ਗਈ, ਆਪਣਾ ਆਪ ਪਛਾਣਿਆ, ਉਹਨੇ ਆਖਿਆ ਵੀ ਹੁਣ ਸੱਚ ਨੂੰ ਕਮਾਉਣਾ ਹੈ। ਸੱਚ ਨੂੰ ਕਮਾ ਕੇ ਸੱਚੇ ਨਾਮ ਦੀ ਕਮਾਈ ਕਰਕੇ ਵਡਿਆਈ ਕਰਤੇ ਕੋਲੋਂ ਮਿਲਣੀ ਹੈ, ਕਿਉਂਕਿ ਵਡਿਆਈ ਵੱਡੇ ਪਾਸ। ਇਹ ਜਿਹੜੀਆਂ ਵਡਿਆਈਆਂ ਨੇ, ਇੱਜ਼ਤ ਮਾਣ ਸਤਿਕਾਰ ਹੈ, ਇਹ ਉਸ ਵੱਡੇ ਦੇ ਕੋਲ ਹੈ। ਜਿਉ ਪਿੰਡ ਸਭ ਤਿਸ ਕਾ, ਸਾਡੀ ਜਿੰਦ ਤੇ ਸਾਡਾ ਪਿੰਡ, ਪਿੰਡ ਮੈਨੇ ਆ ਸਰੀਰ, ਆ ਜਿੰਦ ਔਰ ਪਿੰਡ ਇਹ ਉਸ ਕਰਤੇ ਦਾ ਦਿੱਤਾ ਹੋਇਆ ਹੈ ਸਾਨੂੰ। ਜੇ ਅਸੀਂ ਸੱਚ ਨੂੰ ਕਿਉਂ ਕਮਾਉਣਾ ਹੈ? ਕਿਉਂਕਿ ਇਹ ਜਿੰਦ ਤੇ ਪਿੰਡ ਉਹਦਾ ਦਿੱਤਾ ਹੋਇਆ ਹੈ, ਤੇ ਜਿਹਦਾ ਦਿੱਤਾ ਹੋਇਆ ਕਮ ਸੇ ਕਮ ਉਹਦਾ ਸ਼ੁਕਰਾਨਾ ਵੀ ਤੇ ਬਣਦਾ ਹੈ। ਜਿਹਨੇ ਸਾਨੂੰ ਇਹ ਦਾਤਾਂ ਦਿੱਤੀਆਂ ਨੇ ਉਹਦੇ ਨਾਮ ਦਾ ਸਿਮਰਨ ਵੀ ਕਰਨਾ ਸਾਡੇ ਜੀਵਨ ਵਿੱਚ ਬਣਦਾ ਹੈ। ਜਿਉ ਪਿੰਡ ਸਭ ਤਿਸ ਕਾ, ਸਿਫਤ ਕਰੇ ਅਰਦਾਸ। ਜਿਹਨੇ ਗੁਰੂ ਦੀ ਮੱਤ ਲਈ, ਕਹਿੰਦੇ ਨੇ, ਉਹ ਕਹਿੰਦਾ ਮਾਲਕ ਜੀ ਮੈਂ ਤਾਂ ਕੇਵਲ ਤੇਰੀ ਸਿਫਤ ਹੀ ਕਰਨੀ ਆ, ਮੈਂ ਕੇਵਲ ਤੇਰੀ ਵਡਿਆਈ ਕਰਨੀ ਆ, ਕੇਵਲ ਤੇਰੇ ਗੁਣ ਗਾਉਣੇ ਆ, ਔਰ ਕੇਵਲ ਅਰਦਾਸ ਵੀ ਤੁਹਾਡੇ ਕੋਲ ਹੀ ਕਰਨੀ ਆ। ਤਕਰੀਬਨ ਐਸਾ ਹੁੰਦਾ ਹੈ ਕਿ ਜਦੋਂ ਇਹ ਸਵੇਰ ਗੁਰਬਾਣੀ ਦੀ ਵਿਚਾਰ ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਹੁੰਦੀ ਹੈ ਤੇ ਰਾਤ ਦਾ ਇਤਿਹਾਸ ਮੇਲ ਖਾ ਜਾਂਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿਸ ਇਲਾਕੇ ਵਿੱਚ ਪਹੁੰਚੇ ਆ, ਉੱਥੇ ਰੱਬ ਨਾਮ ਨੂੰ ਕੋਈ ਜਾਣਦਾ ਹੀ ਨਹੀਂ ਹੈ। ਪੂਰੇ ਦਾ ਪੂਰਾ ਦੇਸ਼ ਜਿਹੜਾ ਨਾ ਮੁਨਾਫਿਕ ਦੇਸ਼, ਉੱਥੇ ਇੱਕ ਵੀ ਜਿਹੜਾ ਬੰਦਾ ਐਸਾ ਨਹੀਂ ਜਿਹੜਾ ਰੱਬ ਨੂੰ ਤੇ ਰੱਬ ਦੇ ਨਾਮ ਨੂੰ ਜਾਣਦਾ ਹੋਵੇ। ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਕਰਤਾਰ ਦਾ ਨਾਮ ਲਿਆ ਨਾ, ਵੀ ਤੁਸੀਂ ਕਰਤਾਰ ਅੱਗੇ ਅਰਦਾਸ ਕਰੋ, ਕਰਤਾਰ ਦੇ ਅੱਗੇ ਅਰਜ਼ੋਈ ਬੇਨਤੀ ਕਰੋ, ਉਹਦਾ ਨਾਮ ਸਿਮਰੋ, ਤੇ ਸਾਰੇ ਲੋਕ ਹੈਰਾਨ ਹੋ ਗਏ। ਹੈਰਾਨ ਹੋ ਕੇ ਕਹਿੰਦੇ ਆ ਫਕੀਰ, ਕਿਉਂਕਿ ਪਤਾ ਨਹੀਂ ਨਾ ਇਹ ਨਾਨਕ ਜੀ ਨੇ, ਕਹਿੰਦੇ ਹੇ ਦਰਵੇਸ਼, ਹੇ ਫਕੀਰਾ,
ਆ ਜਿਹੜਾ ਤੂੰ ਨਾਮ ਕਰਤਾਰ ਲਿਆ ਇਹ ਅਸੀਂ ਸੁਣਿਆ ਤੇ ਕਦੇ ਨਹੀਂ, ਇਹ ਅਸੀਂ ਕਦੇ ਸੁਣਿਆ ਤੇ ਹੈ ਹੀ ਨਹੀਂ। ਇਹ ਕਿੱਥੇ ਰਹਿੰਦਾ ਹੈ? ਸਾਡੇ ਦੇਸ਼ ਵਿੱਚ ਤੇ ਕਦੇ ਕਰਤਾਰ ਆਇਆ ਹੀ ਨਹੀਂ ਹੈ, ਨਾ ਹੀ ਇਹਨੇ ਸਾਨੂੰ ਕਦੇ ਕੁਝ ਦਿੱਤਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਸਮਝਾਇਆ, ਮਹਾਰਾਜ ਕਹਿੰਦੇ ਉਹ ਕਰਤਾਰ ਤੁਹਾਡੇ ਹਿਰਦਿਆਂ 'ਚ ਵਸਦਾ ਹੈ। ਇਹ ਜਿਹੜੀ ਜਿੰਦ ਔਰ ਪਿੰਡ ਹੈ ਇਹ ਉਸ ਕਰਤਾਰ ਦੀ ਦਿੱਤੀ ਹੋਈ ਦਾਤ ਹੈ। ਇਹ ਸਾਰੀਆਂ ਦਾਤਾਂ ਉਹਦੀਆਂ ਹੀ ਦਿੱਤੀਆਂ ਹੋਈਆਂ ਨੇ। ਲੋਕ ਬੜੇ ਹੈਰਾਨ ਹੋ ਗਏ, ਕਿਉਂਕਿ ਸਾਨੂੰ ਹੁਣ ਜੋ ਦਿਖਾਇਆ ਗਿਆ, ਜੋ ਸੁਣਾਇਆ ਗਿਆ, ਹੁਣ ਬੱਚੇ ਨੂੰ ਜੋ ਦਿਖਾਓਗੇ ਸੁਣਾਓਗੇ ਉਹਦੇ ਮਨ 'ਚ ਤੇ ਉਹੀ ਗੱਲ ਬੈਠ ਜਾਣੀ ਹੈ। ਉਹਨੇ ਸਾਰੀ ਉਮਰ ਕਹਿਣਾ ਵੀ ਨਹੀਂ, ਰੱਬ ਨਹੀਂ ਹੁੰਦਾ, ਕੋਈ ਦਾਤਾ ਨਹੀਂ ਹੁੰਦਾ, ਆ ਦੁਨੀਆ ਵਿੱਚ ਜੋ ਦਿਸਦਾ ਪਰ ਇਹੀ ਸਭ ਕੁਝ ਹੈ। ਪਰ ਜਦੋਂ ਅਸੀਂ ਉਹਨੂੰ ਰੱਬ ਦੇ ਨਾਮ ਦੀ ਗੱਲ, ਜਾਂ ਅਸੀਂ ਕਵਾਂਗੇ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਉਹ ਹੈਰਾਨ ਹੋ ਕੇ ਪੁੱਛੇਗਾ ਵੀ ਇਹ ਕਿਹੜਾ ਦਾਤਾ ਨਵਾਂ, ਇਹਦਾ ਸੁਣਿਆ ਤੇ ਹੈ ਨਹੀਂ ਇਸ ਬਾਰੇ ਕਦੇ। ਲੋਕ ਜਿਹੜੇ ਮੁਨਾਫਿਕ ਦੇਸ਼ ਦੇ ਸੀ ਹੈਰਾਨ ਹੋ ਗਏ, ਕਹਿੰਦੇ ਫਕੀਰਾ ਇਹ ਕਿਹੜੇ ਕਰਤਾਰ ਦਾ ਨਾਮ ਲਿਆ, ਸਾਡੇ ਦੇਸ਼ ਤਾਂ ਕਦੇ ਨਹੀਂ ਆਇਆ, ਇਹਨੇ ਸਾਨੂੰ ਆ ਕੇ ਤਾਂ ਕਦੇ ਕੁਛ ਨਹੀਂ ਦਿੱਤਾ। ਮਹਾਰਾਜ ਨੇ ਸਮਝਾਇਆ ਇਹ ਸਾਰੀਆਂ ਦਾਤਾਂ ਉਹਦੀਆਂ ਹੀ ਦਿੱਤੀਆਂ ਹੋਈਆਂ ਨੇ। ਸਾਹਿਬ ਜੀ ਕਹਿੰਦੇ ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਬਾ ਦਿੱਤੀ ਬੋਲੇ ਤਾਤ। ਆ ਜਿਹੜੇ ਅੱਖਾਂ ਨਾਲ ਤੱਕਦੇ ਹੋ ਇਹ ਵੀ ਉਸ ਕਰਤਾਰ ਨੇ ਦਿੱਤੀਆਂ ਨੇ, ਜਿਹੜੇ ਕੰਨਾਂ ਨਾਲ ਸੁਣਦੇ ਹੋ ਇਹ ਵੀ ਉਸ ਕਰਤਾਰ ਨੇ ਦਿੱਤੀਆਂ ਨੇ। ਕਹਿੰਦੇ ਜਿਹੜੇ ਤੁਸੀਂ ਰਸਨਾ ਜ਼ੁਬਾਨ ਤੋਂ ਬੋਲਦੇ ਹੋ ਇਹ ਵੀ ਉਸ ਮਾਲਕ ਕਰਤੇ ਨੇ ਦਾਤ ਦਿੱਤੀ ਹੈ। ਆ ਜਿਹੜੇ ਹੱਥ ਲੈ ਕੇ ਆ ਕਿਰਿਆ ਕਰਦੇ ਹੋ ਇਹ ਹੱਥ ਵੀ ਉਹਦੇ, ਤੇ ਜਿਹੜੇ ਪੈਰਾਂ ਨਾਲ ਚੱਲ ਕੇ ਆਏ ਹੋ ਇਹ ਪੈਰ ਵੀ ਉਹਦੇ ਦਿੱਤੇ ਆ। ਜਿਸ ਜ਼ਮੀਨ ਉੱਤੇ ਖੇਤੀ ਕਰਦੇ ਹੋ, ਫਸਲ ਜਿਹੜੀ ਹੈ ਪੈਦਾ ਕਰਦੇ ਹੋ, ਇਹ ਵੀ ਉਹਦੀਆਂ ਹੀ ਦਿੱਤੀ ਹੋਈ ਦਾਤ ਹੈ। ਇਹ ਸਭ ਕੁਝ ਕਰਤਾਰ ਦਾ ਹੀ ਹੈ। ਜਦੋਂ ਇਸ ਬਾਰੇ ਸਮਝਾਉਂਦੇ ਆ ਤਾਂ ਸਮਝ ਆਉਂਦੀ ਹੈ। ਤੇ ਗੁਰਬਾਣੀ ਸਾਨੂੰ ਅੱਜ ਕਿਹਦੇ ਬਾਰੇ ਸਮਝਾ ਰਹੀ ਹੈ? ਇੱਕ ਓੰਕਾਰ ਬਾਰੇ। ਪੂਰੀ ਗੁਰਬਾਣੀ ਨੂੰ ਪੜ੍ਹਨ ਦਾ ਮਤਲਬ, ਸਮਝਣ ਦਾ ਮਤਲਬ ਹੈ ਇੱਕ ਓੰਕਾਰ ਦੇ ਨਾਲ ਜੁੜਨਾ। ਇਸ ਲਈ ਸਤਿਗੁਰੂ ਮਹਾਰਾਜ ਨੇ ਆਖਿਆ ਕਿ ਜਿਹਨੇ ਗੁਰੂ ਦੀ ਮੱਤ ਲਈ ਉਹਨੂੰ ਸਮਝ ਆ ਗਈ, ਉਹਨੇ ਆਖਿਆ ਵਡਿਆਈਆਂ ਵੱਡੇ ਦੇ ਪਾਸ ਨੇ, ਸੱਚ ਨੂੰ ਕਮਾਓ, ਅਰਦਾਸ ਕਰਨੀ ਆ ਤਾਂ ਉਸ ਕਰਤੇ ਅੱਗੇ ਕਰੋ, ਸਿਫਤ ਕਰਨੀ ਆ ਤਾਂ ਕਰਤੇ ਦੀ ਕਰੋ, ਕਿਉਂਕਿ ਜਿਉ ਪਿੰਡ ਸਭ ਤਿਸ ਕਾ। ਇਹ ਜਿੰਦ ਔਰ ਪਿੰਡ, ਇਹ ਜੀਵਨ ਉਸ ਕਰਤੇ ਦਾ ਦਿੱਤਾ ਹੋਇਆ ਹੈ। ਸੱਚੇ ਸ਼ਬਦ ਸਲਾਹਣਾ, ਸੁਖੇ ਸੁਖ ਨਿਵਾਸ, ਜਪ ਤਪ ਸੰਜਮ ਮਨੈ ਮਾਹੇ, ਬਿਨ ਨਾਵੇ ਤ੍ਰਿਗ ਜੀਵਾਸ। ਸੱਚਾ ਸ਼ਬਦ ਸਲਾਹਣਾ, ਸ਼ਬਦ ਦੇ ਦੁਆਰਾ ਸੱਚੇ ਦੀ ਸਿਫਤ ਆਪਾਂ ਕਰਨੀ ਹੈ। ਗੁਰਬਾਣੀ ਦਾ ਜਦੋਂ ਅਸੀਂ ਪਾਠ ਕਰਦੇ ਹਾਂ ਨਾ, ਤੇ ਗੁਰਬਾਣੀ ਦੇ ਪਾਠ ਵਿੱਚ ਕਿਸੇ ਬੰਦੇ ਦੀ ਉਸਤਤ ਨਹੀਂ ਹੈ, ਕਿਸੇ ਰਾਜੇ ਮਹਾਰਾਜੇ ਦੀ ਉਸਤਤ ਨਹੀਂ ਹੈ। ਗੁਰਬਾਣੀ ਦੇ ਵਿੱਚ ਉਸਤਤ ਹੈ ਤਾਂ ਹੋਵੇ ਸਿਫਤ। ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ, ਤੁਧ ਡਿਠੈ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਵੱਡੇ ਗੁਰਬਾਣੀ ਜਦੋਂ ਆਪਾਂ ਪੜਾਂਗੇ ਤਾਂ ਵੱਡੇ ਦੀ ਵਡਿਆਈ ਕਰਕੇ ਆਖਾਂਗੇ, ਊਚ ਅਪਾਰ ਬੇਅੰਤ ਸੁਆਮੀ, ਕੌਣ ਜਾਣੇ ਗੁਣ ਤੇਰੇ, ਗਾਵਤੇ ਉਧਰੈ। ਸਤਿਗੁਰੂ ਮਹਾਰਾਜ ਜੀਓ, ਉਸ ਕਰਤੇ ਦੀ ਜਦੋਂ ਅਸੀਂ ਵਡਿਆਈ ਕਰਦੇ ਹਾਂ ਤੇ ਫਿਰ ਪਤਾ ਲੱਗਦਾ ਹੈ ਕਿ ਉਹਦੇ ਗੁਣ ਗਾਉਣ ਵਾਲਿਆਂ ਦਾ ਉਧਾਰ, ਉਹਨੂੰ ਸੁਣਨ ਵਾਲਿਆਂ ਦਾ ਉਧਾਰ ਹੋ ਗਿਆ। ਅਕਾਲੀ ਫੂਲਾ ਸਿੰਘ ਜੀ ਪਾਠ ਕਰ ਰਹੇ ਸੀ, ਅੱਗੇ ਵੀ ਇੱਕ ਦਿਨ ਜ਼ਿਕਰ ਕੀਤਾ ਸੀ। ਇਹ ਜਦੋਂ ਜਪ ਤੋਂ ਬਾਅਦ ਜਾਪ ਦਾ ਪਾਠ ਕਰ ਰਹੇ ਸੀ ਨਾ, ਤੇ ਜਾਪ ਕੀ ਹੈ? ਅਕਾਲ ਉਸਤਤ, ਪਰਮੇਸ਼ਵਰ ਦੀ ਵਡਿਆਈ, ਕਰਤੇ ਦੀ ਵਡਿਆਈ। ਤੇ ਮਹਾਰਾਜਾ ਰਣਜੀਤ ਸਿੰਘ ਨੇ ਸੁਨੇਹਾ ਭੇਜ ਦਿੱਤਾ। ਜਦੋਂ ਸੁਨੇਹਾ ਦੇਣ ਵਾਸਤੇ ਸਿਪਾਹੀ ਆਇਆ, ਇਹਨਾਂ ਨੇ ਦੂਰੋਂ ਹੀ ਇਸ਼ਾਰਾ ਕਰ ਦਿੱਤਾ, ਕਹਿੰਦੇ ਪਾਠ ਕਰਦੇ ਰਹੇ ਆਪਣੀ ਮੌਜ ਵਿੱਚ,
ਸਮਾਂ ਥੋੜਾ ਵੱਧ ਹੋਇਆ, ਮਹਾਰਾਜਾ ਰਣਜੀਤ ਸਿੰਘ ਨੇ ਦੁਬਾਰਾ ਸਿਪਾਹੀ ਭੇਜਿਆ ਵੀ ਦੇਖੋ ਅਕਾਲੀ ਫੂਲਾ ਸਿੰਘ ਹਜੇ ਆਏ ਕਿਉਂ ਨਹੀਂ, ਮੇਰੀ ਇੱਕੋ ਹੀ ਆਵਾਜ਼ ਵਿੱਚ ਆ ਜਾਣਾ ਚਾਹੀਦਾ ਸੀ, ਕਿਉਂ ਨਹੀਂ ਆਏ। ਦੂਜੀ ਵਾਰ ਫਿਰ ਸਿਪਾਹੀ ਭੇਜਿਆ, ਉਹ ਫਿਰ ਪਾਠ ਕਰ ਰਹੇ ਸੀ। ਕਹਿੰਦੇ ਨੇ ਜਦੋਂ ਆਪਣੇ ਨਿਤਨੇਮ ਨੂੰ ਸੰਪੂਰਨ ਕੀਤਾ, ਆਪਣੇ ਪਾਠ ਜਦੋਂ ਉਹਨਾਂ ਨੇ ਸੰਪੂਰਨ ਕੀਤਾ ਤੇ ਫਿਰ ਅਰਦਾਸਾ ਸੋਧ ਕੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਆਏ। ਤੇ ਮਹਾਰਾਜਾ ਰਣਜੀਤ ਸਿੰਘ ਨੇ ਆਖਿਆ, ਅਕਾਲੀ ਫੂਲਾ ਸਿੰਘ, ਮੈਂ ਪਹਿਲੀ ਵਾਰ ਸੁਨੇਹਾ ਭੇਜਿਆ ਸੀ, ਉਸ ਵੇਲੇ ਕਿਉਂ ਨਹੀਂ ਆਏ। ਕਹਿਣ ਲੱਗੇ, ਮਹਾਰਾਜਾ ਇੱਕ ਗੱਲ ਆਪਣੇ ਧਿਆਨ ਦੇ ਵਿੱਚ ਰੱਖ ਕਿ ਹੁਣ ਮੈਂ ਤੇਰੇ ਦਰਬਾਰ ਦੇ ਵਿੱਚ ਆ, ਤੂੰ ਇਸ ਦਰਬਾਰ ਦਾ ਮਹਾਰਾਜਾ ਹੈ, ਪਰ ਜਦੋਂ ਮੈਂ ਨਿਤਨੇਮ ਕਰਦਾ ਹੋਵਾਂ ਨਾ ਤੇ ਉਦੋਂ ਮੈਂ ਕਰਤੇ ਦੀ ਗੋਦ ਵਿੱਚ ਬੈਠਾ ਹੁੰਨਾ, ਉਦੋਂ ਮੈਂ ਰਾਜਾਨ ਰਾਜ ਦੇ ਚਰਨਾਂ ਵਿੱਚ ਬੈਠਾ ਹੁੰਨਾ। ਤੇ ਜਦੋਂ ਮੈਂ ਰਾਜਾਨ ਰਾਜ ਦੇ ਚਰਨਾਂ 'ਚ ਬੈਠਾ ਫਿਰ ਇੱਕੋ ਹੀ ਹੁੰਦਾ ਹੈ ਕਿ ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ। ਉਸ ਵੇਲੇ ਮੇਰਾ ਕੋਈ ਮਹਾਰਾਜਾ ਨਹੀਂ ਹੁੰਦਾ, ਉਸ ਵੇਲੇ ਮੇਰੇ ਧਿਆਨ ਵਿੱਚ ਇੱਕੋ ਹੀ ਹੁੰਦਾ ਹੈ ਜਿਹੜਾ ਮਹਾਰਾਜਿਆਂ ਦਾ ਵੀ ਮਹਾਰਾਜਾ ਹੈ। ਮੈਂ ਉਹਦੇ ਦਰਬਾਰ ਵਿੱਚ ਬੈਠਾ, ਹੁਣ ਮੈਂ ਤੇਰੇ ਦਰਬਾਰ ਵਿੱਚ ਆਇਆ, ਹੁਣ ਤੂੰ ਦੱਸ ਮੈਨੂੰ ਸੁਨੇਹਾ ਕਿਉਂ ਭੇਜਿਆ। ਜਦੋਂ ਅਸੀਂ ਪਰ ਜੇ ਸਮਝ ਵਿੱਚ ਆਵੇ ਤਾਂ ਹੈ ਨਾ, ਆ ਮਹਾਰਾਜਾ ਰਾਜਾਨ ਰਾਜ ਹੀ ਨੇ। ਗੁਰੂ ਗ੍ਰੰਥ ਸਾਹਿਬ ਜੀ ਨੂੰ ਕੀ ਸਮਝਦੇ ਆਪਾਂ, ਜਿਹੜੇ ਚਵਰ ਛਤਰ ਤਖਤ ਦੇ ਮਾਲਕ ਨੇ। ਤੇ ਚਵਰ ਛਤਰ ਤਖਤ ਦਾ ਮਾਲਕ ਕੌਣ ਹੁੰਦਾ ਹੈ? ਚਵਰ ਛਤਰ ਤਖਤ ਦਾ ਮਾਲਕ ਹੁੰਦਾ ਮਹਾਰਾਜਿਆਂ ਦਾ ਮਹਾਰਾਜਾ। ਤੇ ਜਦੋਂ ਮਹਾਰਾਜਾ ਹੁਕਮ ਸੁਣਾ ਰਿਹਾ ਹੋਵੇ ਤੇ ਜੇ ਕਿਤੇ ਸਾਡੇ ਮੋਬਾਈਲ ਦੀ ਘੰਟੀ ਵੱਜ ਜਾਏ ਤੇ ਬੰਦਾ ਕਹਿੰਦਾ ਕੋਈ ਨਹੀਂ, ਮਹਾਰਾਜੇ ਦਾ ਹੁਕਮ ਬਾਅਦ ਚ ਸੁਣ ਲਾਂਗੇ, ਪਹਿਲਾਂ ਫੋਨ ਸੁਣ ਲਵਾਂ ਕਿਹਦਾ ਆਇਆ। ਇਹਦਾ ਮਤਲਬ ਜੋ ਅਕਾਲੀ ਫੂਲਾ ਸਿੰਘ ਨੂੰ ਸਮਝ ਆ ਗਈ ਉਹ ਸਾਨੂੰ ਹਜੇ ਨਹੀਂ ਆਈ। ਅਸੀਂ ਕੇਵਲ ਇਹ ਸਮਝ ਰਹੇ ਹਾਂ ਵੀ ਇਹ ਗੁਰੂ ਗ੍ਰੰਥ ਸਾਹਿਬ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਜਿਹੜਾ ਵੀ ਗ੍ਰੰਥੀ ਸਿੰਘ ਪਾਠੀ ਸਿੰਘ ਬੈਠਾ ਹੈ ਇਹ ਉਹ ਬੋਲ ਰਿਹਾ ਹੈ, ਪਰ ਅਸੀਂ ਇਹ ਭੁੱਲ ਗਏ ਵੀ ਨਹੀਂ, ਉਹਨੂੰ ਬੁਲਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਰਹੇ ਨੇ। ਹੁਕਮ ਤਾਂ ਗੁਰੂ ਦਾ ਹੈ, ਹੁਕਮ ਜਿਹੜਾ ਬੈਠਾ ਹੈ ਹਜ਼ੂਰੀ ਵਿੱਚ ਉਹਦਾ ਨਹੀਂ ਹੈ, ਹੁਕਮ ਤਾਂ ਗੁਰੂ ਗ੍ਰੰਥ ਸਾਹਿਬ ਦਾ ਹੈ। ਪਰ ਅਸੀਂ ਨਾ ਸਮਝ ਕਰਕੇ ਹੁਕਮ ਹਜੇ ਸੁਣਾਇਆ ਜਾ ਰਿਹਾ ਹੈ ਤੇ ਬੰਦਾ ਉੱਠ ਕੇ ਬਾਹਰ ਚਲਾ ਗਿਆ। ਕਿਉਂ? ਕਿਉਂਕਿ ਇਸ ਮਹਾਰਾਜੇ ਦੀ ਹਜੇ ਸਮਝ ਹੀ ਨਹੀਂ ਆਈ ਸਾਨੂੰ। ਜੇ ਇਸ ਮਹਾਰਾਜੇ ਦੀ ਸਮਝ ਆ ਗਈ ਤੇ ਜੇ ਬੈਠ ਕੇ ਹੁਕਮ ਬਾਹਰ ਆ ਉਹ ਵੱਖਰੀ ਗੱਲ ਹੈ। ਜੇ ਦਰਬਾਰ ਵਿੱਚ ਬੈਠ ਕੇ ਹੁਕਮ ਸੁਣ ਰਹੇ ਆ ਤੇ ਸਾਡਾ ਪੂਰਾ ਧਿਆਨ ਇਹ ਹੋਵੇ ਕਿ ਪਹਿਲਾਂ ਮੈਂ ਮਹਾਰਾਜੇ ਦਾ ਹੁਕਮ ਸੁਣਨਾ ਹੈ, ਫਿਰ ਬਾਅਦ ਵਿੱਚ ਸੁਣਾਂਗਾ ਵੀ ਕਿਹਦਾ ਫੋਨ ਆਇਆ ਕਿਹਦਾ ਨਹੀਂ, ਪਰ ਪਹਿਲਾਂ ਗੁਰੂ ਦਾ ਹੁਕਮ ਸੁਣਨਾ ਮੇਰੇ ਲਈ ਜ਼ਰੂਰੀ ਹੈ। ਇੱਥੇ ਧੰਨ ਗੁਰੂ ਸਾਹਿਬ ਜੀ ਕਹਿੰਦੇ ਨੇ, ਕਹਿੰਦੇ ਸੱਚਾ ਸ਼ਬਦ ਸਲਾਹਣਾ। ਜਦੋਂ ਤੁਸੀਂ ਸ਼ਬਦ ਦੁਆਰਾ ਸੱਚੇ ਦੀ ਸਿਫਤ ਸਲਾਹ ਵਿੱਚ ਜੁੜੋਗੇ, ਸੁਖੈ ਸੁਖ ਨਿਵਾਸ, ਪਰਮ ਸੁਖ ਦਾ ਨਿਵਾਸ ਜਿਹੜਾ ਹੈ ਉਹ ਤੁਹਾਡੇ ਜੀਵਨ ਵਿੱਚ ਹੋਏਗਾ। ਪਰਮ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ। ਜਪ ਤਪ ਸੰਜਮ ਮਨੈ ਮਾਹੇ। ਜੇ ਤੁਹਾਡੇ ਮਨ ਵਿੱਚ ਸ਼ਬਦ ਦੁਆਰਾ ਸੱਚਾ ਨਾਮ ਵਸ ਗਿਆ ਤੇ ਤੁਹਾਨੂੰ ਕੋਈ ਜਪ ਤਪ ਸੰਜਮ ਵੱਖਰਾ ਕਰਮ ਕਰਨ ਦੀ ਲੋੜ ਨਹੀਂ। ਸੰਜਮ ਕਹਿੰਦੇ ਆ ਇੰਦਰੀਆਂ ਨੂੰ ਰੋਕਣਾ, ਸੰਜਮ ਰੱਖਣਾ। ਕਹਿੰਦੇ ਵੱਖਰਾ ਜਪ ਕਰਨਾ, ਵੱਖਰਾ ਤਪ ਕਰਨਾ, ਇੰਦਰੀਆਂ ਨੂੰ ਕਾਬੂ ਕਰਨ ਵਾਸਤੇ ਵੱਖਰਾ ਕਰਮ ਕਰਨਾ। ਮਨੈ ਮਾਹੇ, ਜੇ ਤੁਹਾਡੇ ਮਨ ਵਿੱਚ ਸੱਚਾ ਸ਼ਬਦ ਵਸ ਗਿਆ, ਇਹੀ ਤੁਹਾਡੇ ਵਾਸਤੇ ਜਪ ਹੈ, ਇਹੀ ਤੁਹਾਡੇ ਲਈ ਤਪ ਹੈ, ਇਹੀ ਤੁਹਾਡੇ ਲਈ ਸੰਜਮ ਹੈ। ਤੇ ਮਹਾਰਾਜ ਕਹਿੰਦੇ ਜੇ ਨਾਮ ਨਾ ਵਸਿਆ, ਤੁਸੀਂ ਵੱਖ-ਵੱਖ ਜਪ ਤਪ ਸੰਜਮ ਦੇ ਕਰਮ ਕਰਦੇ ਰਹੇ, ਫਿਰ ਧਿਆਨ ਰੱਖਣਾ ਬਿਨ ਨਾਮੈ ਧਰਿਗ ਜੀਵਾਸ। ਨਾਮ ਤੋਂ ਬਿਨਾ ਤੁਹਾਡਾ ਜੀਵਨ ਧਰਿਗ ਹੈ, ਧਿਰਕਾਰ ਹੈ ਐਸੇ ਮਨੁੱਖਤਾ ਦੇ ਉੱਪਰ ਜਿਹੜਾ ਕਰਤੇ ਦੀ ਵਡਿਆਈ ਨਹੀਂ ਕਰਦਾ, ਕਰਤੇ ਦੀ ਉਸਤਤ ਨਹੀਂ ਕਰਦਾ, ਕਰਤੇ ਦੇ ਨਾਮ ਦਾ ਸਿਮਰਨ ਨਹੀਂ ਕਰਦਾ। ਮਹਾਰਾਜ ਕਹਿੰਦੇ ਧਰਿਗ, ਉਹਦਾ ਜੀਵਨਾ ਵੀ ਧਰਿਗ ਹੈ
ਔਰ ਉਹਦਾ ਖਾਣਾ ਪੀਣਾ ਹੰਡਾਉਣਾ ਸਭ ਤ੍ਰਿਗ ਹੈ ਜੇ ਉਹ ਪਰਮੇਸ਼ਵਰ ਦੇ ਨਾਮ ਨਾਲ ਨਹੀਂ ਜੁੜਿਆ। ਗੁਰਮਤੀ ਨਾਉ ਪਾਈਐ ਮਨ ਮੁਖ ਮੋਹ ਵਿਨਾਸ਼ ਜਿਉ ਭਾਵੈ ਤਿਉ ਰਾਖ ਤੂੰ ਨਾਨਕ ਤੇਰਾ ਦਾਸ। ਗੁਰੂ ਦੀ ਮੱਤ ਦੇ ਵਿੱਚ ਜਿਨ੍ਹਾਂ ਨੇ ਨਾਮ ਪਾ ਲਿਆ, ਪਹਿਲਾਂ ਵੀ ਮਹਾਰਾਜ ਨੇ ਆਖਿਆ ਗੁਰਮਤੀ ਆਪ ਪਛਾਣਿਆ RAM ਨਾਮ ਪਰਗਾਸ। ਹੁਣ ਇੱਥੇ ਮਹਾਰਾਜ ਕਹਿੰਦੇ ਗੁਰਮਤੀ ਨਾਉ ਪਾਈਐ, ਜਿਨ੍ਹਾਂ ਨੇ ਗੁਰੂ ਦੀ ਮੱਤ ਵਿੱਚ ਨਾਮ ਦੀ ਦਾਤ ਪਾ ਲਈ, ਉਹਨਾਂ ਦੇ ਅੰਦਰੋਂ ਮਨਮੁਖਤਾ ਵਾਲਾ ਜਿਹੜਾ ਅਵਗਣ ਸੀ ਉਹ ਖਤਮ ਹੋ ਗਿਆ, ਮੋਹ ਦਾ ਅੰਦਰੋਂ ਵਿਨਾਸ਼ ਹੋ ਗਿਆ। ਉਹ ਹੁਣ ਮਨਮੁਖ ਨਹੀਂ ਰਹੇ। ਜਿਨ੍ਹਾਂ ਨੇ ਗੁਰੂ ਦੀ ਮੱਤ ਲੈ ਕੇ ਪਰਮੇਸ਼ਵਰ ਦੇ ਨਾਮ ਦੀ ਦਾਤ ਪਾ ਲਈ, ਮਨਮੁਖ ਮੋਹ ਵਿਨਾਸ਼, ਉਹਨਾਂ ਮਨਮੁਖਾਂ ਅੰਦਰ ਜਿਹੜਾ ਮੋਹ ਬਣਿਆ ਸੀ, ਕਹਿੰਦੇ ਉਸ ਮੋਹ ਦਾ ਨਾਸ਼ ਹੋ ਗਿਆ। ਤੇ ਜਿਹਦੇ ਅੰਦਰ ਮੋਹ ਦਾ ਨਾਸ਼ ਹੋ ਗਿਆ ਔਰ ਜਿਹਨੇ ਗੁਰੂ ਦੀ ਮੱਤ ਲੈ ਕੇ ਨਾਮ ਦੀ ਦਾਤ ਲੈ ਲਈ, ਉਹ ਫਿਰ ਇੱਕੋ ਹੀ ਗੱਲ ਕਹਿੰਦਾ, ਜਿਉਂ ਭਾਵੈ ਤਿਉਂ ਰਾਖ ਤੂੰ। ਮੇਰੇ ਮਾਲਕ ਜੀ, ਜਿਵੇਂ ਤੁਹਾਨੂੰ ਭਾਉਂਦਾ ਹੈ ਤਿਵੇਂ ਤੁਸੀਂ ਸਾਨੂੰ ਰੱਖ ਲਓ। ਇਹ ਕੌਣ ਕਹੇਗਾ? ਸਾਰੇ ਨਹੀਂ ਕਹਿੰਦੇ। ਇਹ ਉਹ ਕਹੇਗਾ ਜਿਹਦੇ ਅੰਦਰ ਗੁਰੂ ਦੀ ਮੱਤ ਦੇ ਰਾਹੀਂ ਨਾਮ ਦਾ ਪ੍ਰਕਾਸ਼ ਹੋ ਗਿਆ। ਉਹ ਫਿਰ ਇੱਕੋ ਗੱਲ ਕਹਿੰਦਾ ਵੀ ਜਿਉਂ ਭਾਵੈ ਤਿਉਂ ਰਾਖ ਤੂੰ। ਜਿਵੇਂ ਤੁਹਾਨੂੰ ਭਾਉਂਦਾ ਹੈ, ਚੰਗਾ ਲੱਗਦਾ ਹੈ, ਤਿਵੇਂ ਤੁਸੀਂ ਸਾਨੂੰ ਰੱਖ ਲਓ। ਨਾਨਕ ਤੇਰਾ ਦਾਸ, ਮੈਂ ਤੇ ਤੇਰਾ ਦਾਸ, ਤੇਰਾ ਸੇਵਕ, ਤੇਰਾ ਗੋਲਾ ਹਾਂ। ਜਾਂ ਗੁਰੂ ਅਮਰਦਾਸ ਮਹਾਰਾਜ ਜੀ ਆਪਣੀ ਗੱਲ ਕਰਦਿਆਂ ਕਹਿ ਰਹੇ ਆ ਕਿ ਜਦੋਂ ਦਾ ਗੁਰੂ ਅੰਗਦ ਸਾਹਿਬ ਜੀ ਦੇ ਦਰ ਤੇ ਆ ਕੇ ਗੁਰੂ ਦੀ ਮੱਤ ਨੂੰ ਗ੍ਰਹਿਣ ਕੀਤਾ ਔਰ ਨਾਮ ਦੀਆਂ ਦਾਤਾਂ ਲੈ ਕੇ ਸਤਿਗੁਰੂ ਨੂੰ ਸੇਵਿਆ, ਹੁਣ ਤੇ ਬਸ ਇੱਕੋ ਹੀ ਮੰਗ ਅੰਦਰ ਰਹਿੰਦੀ ਹੈ ਵੀ ਜਿਵੇਂ ਭਾਉਂਦਾ ਹੈ ਤਿਵੇਂ ਰੱਖ ਲੈ, ਕਿਉਂਕਿ ਮੈਂ ਕੇਵਲ ਤੇ ਕੇਵਲ ਤੇਰਾ ਦਾਸ, ਤੇਰਾ ਸੇਵਕ ਹਾਂ। ਮੈਂ ਹੋਰ ਕੋਈ ਥਾਂ ਨਹੀਂ ਜਿੱਥੇ ਮੈਂ ਸੇਵਕ ਬਣ ਕੇ ਜਾਂ ਗੋਲਾ ਦਾਸ ਬਣ ਕੇ ਸੇਵਾ ਨਿਭਾਵਾਂ। ਮੈਂ ਹੋਰ ਥਾਉ ਨਹੀਂ, ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁਖ ਤੁਝ ਹੀ ਪਾਸ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਰਾਖੋ ਰਾਖਣ ਹਾਰ ਦਿਆਲਾ। ਨਾਨਕ ਘਰ ਕੇ ਗੋਲੇ, ਨਾਨਕ ਤੇਰਾ ਦਾਸ। ਕੇਵਲ ਮੈਂ ਤੇਰੇ ਦਰ ਦਾ ਦਾਸ ਸੇਵਕ ਹਾਂ। ਜਦੋਂ ਗੁਰੂ ਦੀ ਮੱਤ ਮਿਲ ਜਾਏ ਤੇ ਨਾਮ ਦੀ ਦਾਤ ਮਿਲ ਜਾਏ, ਉਦੋਂ ਅੰਦਰ ਦੀ ਅਵਸਥਾ ਇਹ ਬਣ ਜਾਂਦੀ ਹੈ। ਪੌੜੀ ਸਭ ਕੋ ਤੇਰਾ ਤੂੰ ਸਭ ਸਦਾ, ਤੂੰ ਸਭਨਾ ਰਾਸ। ਸਭ ਤੁਧ ਹੈ ਪਾਸੋ ਮੰਗਦੇ, ਨਿਤ ਕਰ ਅਰਦਾਸ। ਰੋਜ਼ਾਨਾ ਹੀ ਆਪ ਜੀ ਇਹ ਵਿਚਾਰਾਂ ਦੇ ਨਾਲ ਜੁੜ ਰਹੇ ਹੋ। ਤਕਰੀਬਨ ਰੋਜ਼ਾਨਾ ਹੀ ਇਹ ਵਿਚਾਰ ਆਪ ਜੀ ਨਾਲ ਸਾਂਝ ਪਾਈ ਜਾ ਰਹੀ ਹੈ ਕਿ ਵਾਰ ਜਿਹੜੀ ਹੈ ਉਹ ਗੁਰੂ ਰਾਮਦਾਸ ਮਹਾਰਾਜ ਦੀ, ਤੇ ਪੌੜੀ ਵੀ ਗੁਰੂ ਰਾਮਦਾਸ ਮਹਾਰਾਜ ਦੀ ਹੈ। ਇੱਕ ਸਵਾਲ ਕੀਤਾ ਸੀ ਕਿ ਕਈ ਪੌੜੀ ਦੇ ਨਾਲ ਮਹੱਲਾ ਪੰਜਵਾਂ ਵੀ ਲਿਖਿਆ ਹੁੰਦਾ ਹੈ, ਪੌੜੀ ਦੇ ਨਾਲ 5 ਵੀ ਲਿਖਿਆ ਹੁੰਦਾ ਹੈ। ਉਹ ਉੱਥੇ ਲਿਖਿਆ ਹੁੰਦਾ ਵੀ ਵਾਰ ਕਿਸੇ ਹੋਰ ਦੀ ਹੈ, ਜਿਹਦੀ ਵਾਰ ਹੈ, ਜਿਵੇਂ ਗੁਰੂ ਰਾਮਦਾਸ ਜੀ ਦੀ ਵਾਰ ਹੈ। ਤੇ ਜੇ ਇਸ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੀ ਜਿਹੜੀ ਉਚਾਰਨ ਕੀਤੀ ਹੋਈ ਪੌੜੀ ਨੂੰ ਵਿੱਚ ਐਡ ਕਰਨਾ ਹੈ, ਵਿੱਚ ਦਰਜ ਕਰਨਾ ਹੈ, ਤਾਂ ਗੁਰੂ ਸਾਹਿਬ ਨੇ ਬਕਾਇਦਾ ਉੱਥੇ ਮਹੱਲਾ ਪੰਜਵਾਂ ਲਿਖਿਆ ਹੈ, ਤਾਂ ਕਿ ਇਹ ਪਤਾ ਲੱਗ ਜਾਏ ਕਿ ਵਾਰ ਕਿਸੇ ਹੋਰ ਗੁਰੂ ਸਾਹਿਬ ਦੀ ਹੈ, ਪਰ ਜਿਹੜੀ ਇਹ ਪੌੜੀ ਹੈ ਇਹ ਗੁਰੂ ਅਰਜਨ ਦੇਵ ਮਹਾਰਾਜ ਦੀ ਹੈ। ਉੱਥੇ ਮਹਾਰਾਜ ਨੇ ਭੁਲੇਖਾ ਨਾ ਪਵੇ, ਉਸ ਨੂੰ ਨਾਲ ਮਹੱਲਾ ਪੰਜਵਾਂ ਵੀ ਪੌੜੀ ਦੇ ਨਾਲ ਵਰਤਿਆ, ਤਾਂ ਕਿ ਇਹ ਪਤਾ ਲੱਗ ਜਾਏ ਵੀ ਵਾਰ ਕਿਸੇ ਹੋਰ ਗੁਰੂ ਸਾਹਿਬ ਦੀ ਹੈ। ਪਰ ਜੇ ਇਹਦੇ ਵਿੱਚ ਪੌੜੀ ਨੂੰ ਵਿੱਚ ਸੁਭਾਏਮਨ ਕੀਤਾ ਹੈ ਤੇ ਨਾਲ ਲਿਖਿਆ ਵੀ ਇਹ ਕਿਸੇ ਹੋਰ ਗੁਰੂ ਸਾਹਿਬ ਦੀ ਹੈ,
ਪਰ ਇੱਥੇ ਗੁਰੂ ਰਾਮਦਾਸ ਜੀ ਨੇ ਜਿਹੜੀ ਗੱਲ ਕੀਤੀ ਉਹਨੂੰ ਸ਼ਲੋਕ ਵਿੱਚ ਗੁਰੂ ਅਮਰਦਾਸ ਜੀ ਨੇ ਸਮਝਾਇਆ। ਜਿਹੜੀ ਗੱਲ ਗੁਰੂ ਰਾਮਦਾਸ ਜੀ ਕਰਦੇ, ਬੜੀ ਇਕਾਗਰਤਾ ਨਾਲ ਸਰਵਣ ਕਰਿਓ। ਸਭ ਕੋ ਤੇਰਾ ਤੂੰ ਸਭ ਸਦਾ, ਤੂੰ ਸਭਨਾ ਰਾਸ। ਇਹ ਕੌਣ ਕਹੇਗਾ? ਇਹ ਕਿਹਦੀ ਅਵਸਥਾ ਹੈ? ਕਹਿੰਦੇ ਨੇ ਗੁਰਮਤੀ ਆਪ ਪਛਾਣਿਆ। ਗੁਰੂ ਦੀ ਮੱਤ ਵਿੱਚ ਜਿਹਨੇ ਆਪਣਾ ਆਪਾ ਪਛਾਣਿਆ ਹੈ ਉਹੀ ਕਹੇਗਾ ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ। ਜਿਹਨੇ ਆਪਣਾ ਆਪਾ ਨਹੀਂ ਪਛਾਣਿਆ ਉਹ ਕੀ ਕਹਿੰਦਾ? ਮੈਂ ਹੀ ਮੈਂ ਹੀ ਮੈਂ। ਉਹ ਮੈਂ ਹੀ ਮੈਂ ਕਰੀ ਜਾਂਦਾ ਹੈ, ਕਿਉਂਕਿ ਉਹ ਕਹਿੰਦਾ ਮੈਂ ਹੀ ਹਾਂ, ਹੋਰ ਹੈ ਹੀ ਕੁਛ ਨਹੀਂ। ਪਰ ਜਿਹਨੇ ਗੁਰੂ ਦੀ ਮੱਤ ਲੈ ਕੇ ਆਪਣਾ ਆਪਾ ਪਛਾਣਿਆ ਉਹ ਕਹਿੰਦਾ ਨਹੀਂ ਕਬੀਰ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੈ ਮੇਰਾ। ਮੇਰਾ ਕੀ ਹੈ? ਸਭ ਕੁਝ ਤਾਂ ਤੇਰਾ ਦਿੱਤਾ ਹੈ, ਤੇ ਜੇ ਤੂੰ ਮੈਨੂੰ ਨਾ ਦਿੰਦਾ ਤੇ ਫਿਰ ਮੇਰੇ ਪੱਲੇ ਕੀ ਹੈ? ਗੁਰੂ ਰਾਮਦਾਸ ਜੀ ਨੇ ਇਹ ਗੱਲ ਸਮਝਾਈ, ਕਿਉਂਕਿ ਮੂਲ ਵਿਚਾਰ ਤਾਂ ਪੌੜੀ ਹੈ ਨਾ ਵਾਰ ਦੀ। ਇਸ ਲਈ ਸਾਹਿਬ ਕਹਿੰਦੇ ਸਭ ਕੋ ਤੇਰਾ। ਜਿਹਨੇ ਗੁਰੂ ਦੀ ਮੱਤ ਲੈ ਕੇ ਆਪਣਾ ਆਪਾ ਪਛਾਣਿਆ, ਸਭ ਕੋ ਤੇਰਾ, ਤੇਰਾ ਹੀ ਹੈ। ਤੂੰ ਸਭ ਸਦਾ, ਤੂੰ ਸਾਰਿਆਂ ਦਾ ਹੀ ਹੈ। ਤੂੰ ਸਭਨਾ ਰਾਸ, ਤੂੰ ਹੀ ਸਾਰਿਆਂ ਦੀ ਰਾਸ ਪੂੰਜੀ ਹੈ। ਤੂੰ ਹੀ ਸਾਰਿਆਂ ਦਾ ਉਹ ਖਜ਼ਾਨਾ ਹੈ ਜਿਸ ਖਜ਼ਾਨੇ ਦੇ ਸਦਕੇ ਅਸੀਂ ਇਸ ਜੀਵਨ ਯਾਤਰਾ ਨੂੰ ਸਫਲ ਕਰ ਸਕਦੇ ਹਾਂ। ਸਭ ਤੁਧ ਹੈ ਪਾਸੋਂ ਮੰਗਦੇ, ਨਿਤ ਕਰ ਅਰਦਾਸ। ਅਰਦਾਸ ਦੇ ਸੱਸੇ ਨੂੰ ਸਿਹਾਰੀ, ਅਰਦਾਸ ਕਰਕੇ ਨਿਤ, ਹਰ ਰੋਜ਼। ਕਹਿੰਦੇ ਹਰ ਰੋਜ਼ ਵਾਹਿਗੁਰੂ ਜੀ ਤੁਹਾਡੇ ਅੱਗੇ ਅਰਦਾਸ ਕਰਕੇ ਇਹ ਸਾਰੇ ਤੁਹਾਡੇ ਪਾਸੋਂ ਹੀ ਮੰਗਦੇ ਪਏ ਆ। ਸਾਰੇ ਤੁਹਾਡੇ ਕੋਲੋਂ ਹੀ ਮੰਗ ਰਹੇ ਨੇ, ਤੁਹਾਡੇ ਅੱਗੇ ਅਰਦਾਸ ਕਰਕੇ। ਜਿਸ ਤੋਂ ਦੇਹ ਤਿਸ ਸਭ ਕਿਛ ਮਿਲੈ, ਇਕ ਨਾ ਦੂਰ ਹੈ ਪਾਸ। ਤੁਧ ਬਾਝਹੁ ਥਾਉ ਕੋ ਨਾਹੀ, ਜਿਸ ਪਾਸਹੁ ਮੰਗੀਐ ਮਨ ਵੇਖਹੁ ਕੋ ਨਿਰਜਾਸ। ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ ਕਿ ਹੇ ਮੇਰੇ ਮਾਲਕ ਜੀ, ਤੂੰ ਸਭਨਾਂ ਨੂੰ ਦਾਤਾਂ ਦੇ ਰਿਹਾ ਹੈ। ਭਾਵ ਜਿਹਨੂੰ ਜਿਸ ਤਰ੍ਹਾਂ ਜਾਪਿਆ ਉਹਨੇ ਉਸ ਤਰ੍ਹਾਂ ਤੇਰੇ ਗੁਣ ਗਾਏ। ਗਾਵੇ ਕੋ ਕਈ ਐਸੇ, ਕੋ ਦਾ ਅਰਥ ਹੈ ਕਈ ਐਸੇ ਨੇ। ਉਹਦੀਆਂ ਦਾਤਾਂ ਦੀਆਂ ਨਿਸ਼ਾਨੀਆਂ ਵੇਖ ਕੇ ਉਹਦੇ ਗੁਣ ਗਾ ਰਹੇ ਆ। ਗਾਵੇ ਕੋ ਦਾਤ ਜਾਣੇ ਨਿਸ਼ਾਨ। ਜਿਹੜੀ ਦਾਤ ਦਿੱਤੀ ਉਹਦੀ ਨਿਸ਼ਾਨੀ ਵੇਖ ਕੇ, ਉਹਦੇ ਚਿੰਨ੍ਹ ਵੇਖ ਕੇ ਆਖਿਆ ਨਹੀਂ ਇਹ ਮੇਰਾ ਨਹੀਂ ਹੈ, ਇਹ ਦੁਨੀਆ ਦਾ ਨਹੀਂ, ਇਹ ਤੇ ਉਸ ਦਾਤੇ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੇ। ਕਈ ਉਹਨੂੰ ਨੇੜੇ ਕਰਕੇ, ਕਈ ਉਹਨੂੰ ਦੂਰ ਕਰਕੇ, ਮਹਿਸੂਸ ਕਰਕੇ ਉਹਨੂੰ ਗਾ ਰਹੇ ਆ। ਕਹਿੰਦੇ ਮਾਲਕ ਜੀ ਸਾਰਿਆਂ ਨੂੰ ਦੇਣ ਵਾਲਾ ਤੂੰ ਆਪ ਹੈ, ਤੇ ਜਿਨ੍ਹਾਂ ਨੂੰ ਤੂੰ ਆਪ ਦਾਤਾਂ ਦਿੰਨਾ ਉਹਨਾਂ ਨੂੰ ਸਾਰੀਆਂ ਬਖਸ਼ਿਸ਼ਾਂ ਮਿਲਦੀਆਂ ਨੇ। ਉਹ ਵੱਖਰੀ ਗੱਲ ਹੈ ਕਿ ਕਈਆਂ ਦੇ ਤੂੰ ਦੂਰ ਹੈ ਤੇ ਕਈਆਂ ਦੇ ਪਾਸ ਹੈ। ਇਹ ਵੀ ਸਾਡੇ ਕਰਮ ਤੇ ਡਿਪੈਂਡ ਕਰਦਾ ਨਾ। ਕਰਮੀ ਆਪੋ ਆਪਣੀ ਕੇ ਨੇੜੇ ਕਿ ਦੂਰ, ਕਈਆਂ ਦੇ ਨੇੜੇ ਆ ਤੇ ਕਈਆਂ ਦੇ ਦੂਰ ਹੈ। ਉਹ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ, ਜਿਸ ਤੂੰ ਦੇਹ ਤਿਸ ਸਭ ਕਿਛ ਮਿਲੈ। ਜਿਨ੍ਹਾਂ ਨੂੰ ਤੁਸੀਂ ਦਾਤ ਦਿੰਦੇ ਹੋ ਉਹਨਾਂ ਨੂੰ ਸਭ ਦਾਤਾਂ ਮਿਲ ਜਾਂਦੀਆਂ ਨੇ। ਇੱਕ ਨਾ ਦੂਰ ਹੈ ਪਾਸ। ਇੱਕ ਨਾ ਦਾ ਅਰਥ ਕਈ, ਕਈਆਂ ਦੇ ਤੂੰ ਦੂਰ ਹੈ, ਕਈਆਂ ਦੇ ਪਾਸ। ਇੰਨਾ ਪਾਸ ਹੈ ਕਿ ਉਹ ਤੈਨੂੰ ਕਦੇ ਵੀ ਦੂਰ ਮਹਿਸੂਸ ਹੀ ਨਹੀਂ ਕਰਦੇ। ਉਹ ਕਹਿੰਦੇ ਘਰ ਬਾਹਰ ਤੇਰਾ ਪਰਵਾਸਾ, ਤੂੰ ਜਨ ਕੇ ਹੈ ਸੰਗ। ਤੂੰ ਤੇ ਘਰ ਦੇ ਅੰਦਰ ਵੀ ਹੈ, ਘਰ ਦੇ ਬਾਹਰ ਵੀ ਹੈ, ਤੇਰੇ ਤੋਂ ਵੱਖ ਨਹੀਂ, ਤੂੰ ਸਾਡੇ ਤੋਂ ਵੱਖ ਨਹੀਂ ਹੈ। ਜਿਨ੍ਹਾਂ ਨੂੰ ਨੇੜੇ ਹੋ ਕੇ ਦਿਸਿਆ ਤੇ ਜਿਨ੍ਹਾਂ ਨੂੰ ਦੂਰ ਦਿਸਦਾ ਉਹ ਕਹਿੰਦੇ ਨੇ ਰੱਬ ਬੜੀ ਦੂਰ ਹੈ। ਕਈਆਂ ਦੇ ਤੂੰ ਨੇੜੇ ਹੈ, ਕਈਆਂ ਦੇ ਤੁਸੀਂ ਪਾਸ ਹੋ, ਪਰ ਜਿਨ੍ਹਾਂ ਨੂੰ ਦਾਤਾਂ ਦਿੰਦੇ ਹੋ ਉਹਨਾਂ ਨੂੰ ਸਾਰੀਆਂ ਬਖਸ਼ਿਸ਼ਾਂ ਮਿਲ ਜਾਂਦੀਆਂ ਨੇ। ਤੁਧ ਬਾਝੋਂ ਥਾਉ ਕੋ ਨਾਹੀ, ਜਿਸ ਪਾਸੋਂ ਮੰਗੀਐ ਮਨ ਵੇਖੋ ਕੋ ਨਿਰਜਾਸ। ਜਿਹਨੇ ਗੁਰੂ ਦੀ ਮੱਤ ਲਈ,
जिन्हें अपना आपा पछाण के करते नूं पछाण लिया, उन्हें आख्या मेरे मालिक जी तेरे बाजों कोई ऐसी थां नहीं जिथे असी खलो के उहदे अगे अरदास कर सकीए। मैं होर थाऊं नाही जिस पै करो बेनंती, मेरा दुख सुख तुझ ही पास। हे वाहिगुरु जी तुहाडे तो बाज कुछ भी नहीं है, सब तुहाडे कोलों मंगदे आ। इस लई जिन्हां नूं नहीं समझ आई वो कहंदे मन वेखो को कर निरजास। अपने मन विच निर्णा करके वेख लो, अपने मन दे राहीं ये निर्णा करके वेखो। मन वेखो को निरजास। जदों अपने मन विच निर्णा करके वेखोगे फिर समझ विच आएगी तुद बाजों थाऊं को नहीं जिस पासों मंगीए। असीं किदे कोलों मंगीए, हर पासे दाता जी तुसीं वसदे हो। इस लई तुहाडे तो बिना किसी होर पासों मंगना ये साडी मूर्खताई हो जाएगी। इस लई कहंदे आ मन विच निर्णा करके वेख लो जी। सब तुद है नो सलाह दे, दार गुरमुखा नो प्रगास। गुरु दी मत लैके जिन्हां नूं गुरु दे दर तो गुरमुख बन के अंदर मन विच प्रकाश चानण जिन्हां दे जीवन विच हो गया, कहंदे ने मालिक जी सारे तुहाडी ही सिफत सलाह कर रहे आ। मनमुख जिन्हों पहले तो परमेश्वर समझ नहीं आउंदा, उहदी होंद महसूस नहीं हुंदी, वो हर थां ते होमे दी बोली बोलदियां मैं करदा है। पर जिहड़ा गुरमुख जिहदे अंदर गुरु दी मत राही नाम दा प्रकाश हो गया, वो जदों किते हवा चलदी है ना, पत्ते भी जदों हिलदे आ ते ये भी वो महसूस करदा भी पत्ते भी उहदी सिफत करदे पए आ। जदों वो बगीचे विच आके फुल्लां दी खुशबू लैंदा ना ते उहनूं करते दी याद आउंदी है। जदों कोई भी आवाज़ कोई भी धुन जे कोयल भी बोलदी है ना ते वो गुरमुख नूं लगदा इहदे विच भी वो आप बोलदा पिया, ये भी उहदी सिफत विच जुड़ी हुई है। कोयल भी उहदे गुण गाउंदी पई है। ये किनूं समझ आई? महाराज कहंदे गुरमुखां नूं प्रगास। जिहड़े गुरमुखां नूं नाम दा चानण हो गया, नाम दा प्रकाश हो गया, उन्हां नूं ये गल समझ आ गई कि सब तुद है नो साह लाहन दे। सारे तुहाडियों ही सिफत सलाह विच जुड़े हुए ने। हर कोई तुहाडे ही गुण अपने अपने तरीके दे नाल गा रहा है। महाराज कहंदे ये उहनूं समझ आएगी गुरमती आप पछाणिया, जिन्हें गुरु दी मत विच अपना आपा पछाण लिया है। वो फिर गुरमुख बन के आप भी सिमरदा है, आप भी जपदा है ते गुरमुख बन के दूसरियां नूं भी जपाउंदा है कि तुसीं भी करते दी सिफत करो, करते दे नाम दा जाप करो। वो फिर आप भी जपदा है ते होरां नूं भी जपाउंदियां होइयां करते दे नाल जुड़ के उस निरंकार दे गुण गाउंदियां अपना जीवन जिहड़ा वो सफला कर लैंदा है। असीं भी गुरु दी मत लैके मनमत दा नाश करके नाम दे प्रकाश विच करते नूं जाणदियां होइयां यही गल असीं भी अपने हिरदे विचों कहणी आ। कबीर मेरा मुझ में किछ नहीं, जो किछ है सो तेरा, तेरा तुझको सौंपते क्या लागै मेरा। गुरमुख बन के इको ही गल कहनी है कि मालिक जी असां जोर नहीं, जे किछ कर हम साकै, ज्यों भावै तिवें बख्श। साडे विच जोर नहीं, ये सब तेरा दिता होया जोर है। किरपा कर किते इस जीवन विच नाम ਦਾ ਆਸਰਾ ਲੈ ਕੇ ਅਸੀਂ ਆਪਣਾ ਜੀਵਨ ਲੇਖੇ ਚਲਾ ਸਕੀਏ। ਜਿੱਥੇ ਇਹ ਲੜੀਵਾਰ ਵਿਚਾਰ ਗੁਰੂ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਇਸ ਰਸਨਾ ਤੋਂ ਕਰਵਾਈ ਹੈ, ਉੱਥੇ ਅੱਜ ਸਤਵੇਂ ਪਾਤਸ਼ਾਹ ਧੰਨ ਧੰਨ ਗੁਰੂ ਹਰਿ ਰਾਏ ਸਾਹਿਬ ਸਤਿਗੁਰੂ ਜੀ ਦਾ ਅੱਜ ਗੁਰਤਾ ਗੱਦੀ ਦਿਵਸ ਹੈ। ਅੱਜ ਦੇ ਦਿਨ ਗੁਰੂ ਹਰਿ ਰਾਏ ਸਾਹਿਬ ਜੀ ਚਵਰ ਛਤਰ ਤਖਤ ਦੇ ਮਾਲਕ ਬਣ ਕੇ
ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਮਾਲਕ ਬਣ ਕੇ, ਕਿਉਂਕਿ ਗੁਰੂ ਸਰੀਰ ਨਹੀਂ ਹੈ, ਗੁਰੂ ਜੋਤ ਰੂਪ ਹੈ, ਗੁਰੂ ਪ੍ਰਕਾਸ਼ ਰੂਪ ਹੈ, ਗੁਰੂ ਬਾਣੀ ਰੂਪ ਹੈ, ਗੁਰੂ ਗਿਆਨ ਰੂਪ ਹੈ। ਅੱਜ ਵੀ ਜਦੋਂ ਅਸੀਂ ਅਰਦਾਸ ਕਰਦੇ ਹਾਂ ਤੇ ਅਰਦਾਸ ਵਿੱਚ ਇਹੀ ਬੋਲ ਬੋਲਦੇ ਹਾਂ, 10 ਪਾਤਸ਼ਾਹੀਆਂ ਦੀ ਜੋਤ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਕਿਉਂਕਿ ਇਹ 10 ਪਾਤਸ਼ਾਹੀਆਂ ਦੀ ਜੋਤ। ਤੇ ਜੋਤ ਦਾ ਮਤਲਬ ਕੀ ਹੈ? ਪ੍ਰਕਾਸ਼। ਜੋਤ ਦਾ ਮਤਲਬ ਕੀ ਹੈ? ਚਾਨਣ। ਜਿਹੜਾ ਚਾਨਣ ਗੁਰੂ ਨਾਨਕ ਸਾਹਿਬ ਜੀ ਨੇ ਦੁਨੀਆ ਨੂੰ ਵੰਡਿਆ ਤੇ ਸਮਝਾਇਆ ਕਿ ਜੇ ਸੌ ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਅੱਜ ਉਹੀ ਚਾਨਣ ਵੰਡਣ ਵਾਸਤੇ ਇਸ ਤਖਤ ਦੇ ਮਾਲਕ ਗੁਰੂ ਹਰਿ ਰਾਏ ਸਾਹਿਬ ਬਣਦੇ ਆ। ਕੇਵਲ ਸਰੀਰ ਨਹੀਂ, ਜੋਤ 오ਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਕੇਵਲ ਸਰੀਰ ਰੂਪੀ ਕਾਇਆ ਪਲਟੀ ਹੈ। ਜੋਤ ਦਾ ਮਤਲਬ ਵਿਚਾਰਧਾਰਾ ਉਹੀ ਹੈ, ਰਸਤਾ ਉਹੀ ਹੈ, ਮਾਰਗ ਉਹੀ ਹੈ, ਸਿਧਾਂਤ ਉਹੀ ਨੇ ਜੋ ਗੁਰੂ ਨਾਨਕ ਸਾਹਿਬ ਜੀ ਨੇ ਇਹ ਸਿੱਖੀ ਦਾ ਮਾਰਗ ਆਰੰਭਦਿਆਂ ਹੋਇਆਂ ਜਿਹੜੇ ਸਿਧਾਂਤ ਬਣਾਏ ਸੀ, ਗੁਰੂ ਹਰਿ ਰਾਏ ਸਾਹਿਬ ਜੀ ਉਸੇ ਹੀ ਸਿਧਾਂਤਾਂ ਦੇ ਉੱਤੇ ਚੱਲਦਿਆਂ ਹੋਇਆਂ ਸਿੱਖ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜ ਕੇ ਇਹਨਾਂ ਦੇ ਜੀਵਨ ਨੂੰ ਸਫਲਿਆਂ ਕਰਦੇ ਆ। ਧੰਨ ਗੁਰੂ ਹਰਿ ਰਾਏ ਸਾਹਿਬ ਜਿਨ੍ਹਾਂ ਦੇ ਪਿਤਾ ਬਾਬਾ ਗੁਰਦਿੱਤਾ ਜੀ, ਬਾਬਾ ਗੁਰਦਿੱਤਾ ਜੀ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸਪੁੱਤਰ ਨੇ। ਤੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਦੇ ਘਰ ਵਿੱਚ ਨੇ ਧੰਨ ਗੁਰੂ ਹਰਿ ਰਾਏ ਸਾਹਿਬ। ਉਸ ਨਾਤੇ ਦਾਦੇ ਤੇ ਪੋਤੇ ਦਾ ਰਿਸ਼ਤਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਗੁਰੂ ਹਰਿ ਰਾਏ ਸਾਹਿਬ ਜੀ ਦਾ। ਸਮਾਂ ਪਾ ਕੇ ਬਾਬਾ ਗੁਰਦਿੱਤਾ ਜੀ ਨੇ ਕੀਰਤਪੁਰ ਸਾਹਿਬ ਜਿਹੜਾ ਇਹ ਵਸਾਇਆ। ਕੀਰਤਪੁਰ ਸਾਹਿਬ ਦੀ ਰਚਨਾ ਬਾਬਾ ਗੁਰਦਿੱਤਾ ਜੀ ਦੇ ਰਾਹੀਂ ਹੋਈ ਹੈ। ਤੇ ਜਿਹੜੇ ਆਸ-ਪਾਸ ਬਾਗ ਬਗੀਚੇ ਫੁੱਲ ਬੂਟੇ ਨੇ ਇਹ ਬਾਬਾ ਗੁਰਦਿੱਤਾ ਜੀ ਦੇ ਹੱਥੀਂ ਲਾਏ ਗਏ ਨੇ। ਬੜਾ ਉਹਨਾਂ ਨੇ ਬਾਗ ਬੂਟਿਆਂ ਦਾ ਧਿਆਨ ਰੱਖਣਾ। ਤੇ ਇੱਕ ਦਿਨ ਸਮਾਂ ਆਇਆ ਬਾਬਾ ਗੁਰਦਿੱਤਾ ਜੀ ਸਰੀਰਕ ਚੋਲਾ ਤਿਆਗ ਜਾਂਦੇ ਨੇ। ਜਦੋਂ ਸਰੀਰਕ ਚੋਲਾ ਤਿਆਗਿਆ, ਕਿਉਂਕਿ 1630 ਵਿੱਚ ਗੁਰੂ ਹਰਿ ਰਾਏ ਸਾਹਿਬ ਜੀ ਦਾ ਪ੍ਰਕਾਸ਼ ਹੈ ਤੇ 1644 ਦੇ ਵਿੱਚ ਤਖਤ ਦੇ ਮਾਲਕ ਗੁਰੂ ਸਾਹਿਬ ਬਣਦੇ ਆ। ਜਦੋਂ ਬਾਬਾ ਗੁਰਦਿੱਤਾ ਜੀ ਸਰੀਰਕ ਚੋਲਾ ਤਿਆਗਦੇ ਆ, ਗੁਰੂ ਹਰਿ ਰਾਏ ਸਾਹਿਬ ਜੀ ਹਜੇ ਛੋਟੀ ਅਵਸਥਾ ਵਿੱਚ ਨੇ। ਤੇ ਸੁਭਾਵਕ ਹੈ ਕਿ ਪਿਤਾ ਦਾ ਪਿਆਰ ਜਦੋਂ ਦਾਦਾ ਜੀ ਕੋਲੋਂ ਮਿਲਦਾ ਹੈ ਤੇ ਪੋਤੇ ਤੇ ਦਾਦੇ ਤੇ ਪੋਤੇ ਦਾ ਵੈਸੇ ਵੀ ਕੁਦਰਤੀ ਤੌਰ ਤੇ ਪਿਆਰ ਬੜਾ ਹੁੰਦਾ ਹੈ। ਪੋਤਾ ਹਮੇਸ਼ਾ ਦਾਦੇ ਦੇ ਨੇੜੇ ਰਹਿੰਦਾ ਹੈ ਤੇ ਦਾਦਾ ਵੀ ਆਪਣੇ ਪੁੱਤਰ ਨਾਲੋਂ ਵੱਧ ਕੇ ਪੋਤੇ ਨੂੰ ਪਿਆਰ ਦਿੰਦਾ ਹੈ। ਉਹ ਪਿਆਰ ਐਸਾ ਗੂੜਾ ਬਣ ਗਿਆ ਕਿ ਜਿਵੇਂ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੰਗਤ ਵਿੱਚ ਵਿਚਰਨਾ, ਤਿਵੇਂ ਤਿਵੇਂ ਨਾਲ ਨਾਲ ਗੁਰੂ ਹਰਿ ਰਾਏ ਸਾਹਿਬ ਨੇ, ਜਿਵੇਂ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੇਵਾ ਸਿਮਰਨ ਦੇ ਨਾਲ ਜੋੜਨਾ, ਤਿਵੇਂ ਤਿਵੇਂ ਗੁਰੂ ਹਰਿ ਰਾਏ ਸਾਹਿਬ, ਜਾਂ ਕਹਿ ਲਓ ਕਿ ਸ਼ਬਦ ਦੀ ਟਕਸਾਲ ਵਿੱਚ ਗੁਰੂ ਹਰਿ ਰਾਏ ਸਾਹਿਬ ਜੀ ਨੇ ਆਪਣੇ ਆਪ ਨੂੰ ਘੜਨਾ ਸ਼ੁਰੂ ਕਰ ਦਿੱਤਾ। ਤੇ ਜਿਸ ਦਿਨ ਘੜੀਐ ਸ਼ਬਦ ਸੱਚੀ ਟਕਸਾਲ, ਜਦੋਂ ਆਪਣੇ ਆਪ ਨੂੰ ਸ਼ਬਦ ਦੀ ਟਕਸਾਲ ਵਿੱਚ ਘੜ ਦਿੱਤਾ ਤੇ ਕਹਿੰਦੇ ਨੇ ਪਹਿਰਾਵਾ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਵਰਗਾ ਹੀ ਪਾਉਣ ਲੱਗ ਪਏ। ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਕਲੀਆਂ ਵਾਲਾ ਚੋਲਾ ਪਹਿਨਦੇ ਸੀ। ਕਲੀਆਂ ਵਾਲਾ ਚੋਲਾ ਗੁਰੂ ਹਰਗੋਬਿੰਦ ਸਾਹਿਬ ਨੇ ਪਹਿਨਣਾ ਤੇ ਗੁਰੂ ਹਰਿ ਰਾਏ ਸਾਹਿਬ ਜੀ ਅੰਦਰ ਭਾਵਨਾ ਬਣ ਗਈ ਕਿ ਜਿਵੇਂ ਮੇਰੇ ਦਾਦਾ ਜੀ ਗੁਰੂ ਸਾਹਿਬ ਚੋਲਾ ਕਲੀਆਂ ਵਾਲਾ ਪਾਉਂਦੇ ਆ ਤੇ ਮੈਂ ਵੀ ਕਲੀਆਂ ਵਾਲਾ ਚੋਲਾ ਪਾਉਣਾ ਹੈ। ਬਕਾਇਦਾ ਉਹ ਲੰਬੇਰਾ ਚੋਲਾ ਜਿਹੜਾ ਚੱਲਣ ਲੱਗਿਆ ਧਰਤੀ ਦੇ ਨਾਲ ਵੀ ਲੱਗਦਾ ਹੈ। ਕਹਿੰਦੇ ਨੇ ਜਦੋਂ ਉਹ ਕਲੀਆਂ ਵਾਲਾ ਚੋਲਾ ਪਾਇਆ, ਇੱਕ ਦਿਨ ਫਿਰ ਕੀਰਤਪੁਰ ਸਾਹਿਬ ਦੇ ਵਿੱਚ ਜਦੋਂ ਗੁਰੂ ਹਰਗੋਬਿੰਦ ਸਾਹਿਬ ਬਾਗ ਦੇ ਵਿੱਚ ਵਿਚਰਦੇ ਨੇ, ਇੱਕ ਇੱਕ ਫੁੱਲ ਦੀ ਉਸਤਤ ਕਰਕੇ ਜਾਂਦੇ ਨੇ ਮਹਾਰਾਜ। ਇੱਕ ਇੱਕ ਫੁੱਲ ਦੀ ਵਡਿਆਈ ਕਰਕੇ ਜਾਂਦੇ ਆ ਵੀ ਕਰਤੇ ਨੇ ਕੁਦਰਤ ਵਿੱਚ ਇਸ ਫੁੱਲ ਅੰਦਰ ਕੈਸੀ ਸੁਗੰਧੀ ਭਰ ਦਿੱਤੀ ਹੈ, ਕੈਸਾ ਰੰਗ ਭਰ ਦਿੱਤਾ
ਕਹਿੰਦੇ ਨੇ ਜਦੋਂ ਪਤਾ ਲੱਗਾ ਨਾ ਗੁਰੂ ਹਰਗੋਬਿੰਦ ਸਾਹਿਬ ਇਸ ਪਾਸੇ ਗਏ ਆ, ਕਿਉਂਕਿ ਗੁਰੂ ਹਰ ਰਾਏ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਤੋਂ ਬਿਨਾਂ ਰਹਿੰਦੇ ਨਹੀਂ ਸਨ। ਇਹ ਵੀ ਇੱਕ ਬੜਾ ਵੱਡਾ ਮੈਸੇਜ ਹੈ ਸਾਡੇ ਵਾਸਤੇ ਕਿ ਸਾਡੇ ਅੰਦਰ ਗੁਰਬਾਣੀ ਇੰਨੀ ਵਸ ਜਾਏ ਕਿ ਕੋਈ ਦਿਨ ਐਸਾ ਨਾ ਹੋਵੇ ਕਿ ਸਾਨੂੰ ਗੁਰਬਾਣੀ ਤੋਂ ਅਲੱਗ ਰਹਿਣਾ ਪਵੇ। ਹਰ ਦਿਨ ਸਾਡੇ ਅੰਦਰ ਗੁਰਬਾਣੀ ਹੋਵੇ, ਹਰ ਵੇਲੇ ਸਾਡਾ ਧਿਆਨ ਗੁਰਬਾਣੀ ਵੱਲ ਹੋਣਾ ਚਾਹੀਦਾ ਹੈ। ਕਹਿੰਦੇ ਜਦੋਂ ਪਤਾ ਲੱਗਾ ਇੱਕਦਮ ਤੇਜ਼ੀ ਨਾਲ ਬਾਗ ਵਿੱਚੋਂ ਦੌੜ ਕੇ ਜਦੋਂ ਲੰਘਣ ਲੱਗੇ ਤੇ ਉਹ ਕਲੀ ਦੇ ਨਾਲ ਫੁੱਲ ਅਟਕ ਕੇ ਟੁੱਟ ਗਿਆ। ਜਦੋਂ ਵਾਪਸ ਪਰਤੇ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਆਖਿਆ ਵੀ ਇਹ ਫੁੱਲ ਉਹੀ ਹੈ ਜਿਹਦੀ ਉਸਤਤ ਕੀਤੀ ਸੀ, ਪਰ ਟੁੱਟ ਕਿਵੇਂ ਗਿਆ? ਤੇ ਗੁਰੂ ਹਰ ਰਾਏ ਸਾਹਿਬ ਜੀ ਨੇ ਕਹਿੰਦੇ ਹੱਥ ਜੋੜ ਕੇ ਆਖਿਆ ਸੀ, ਸੱਚੇ ਪਾਤਸ਼ਾਹ ਮੇਰਾ ਧਿਆਨ ਤੁਹਾਡੇ ਵੱਲ ਸੀ ਕਿ ਮੈਂ ਪਿੱਛੇ ਨਾ ਰਹਿ ਜਾਵਾਂ। ਉਸ ਕਾਲੀ ਦੇ ਵਿੱਚ ਦੌੜਦਿਆਂ ਇਹ ਫੁੱਲ ਮੇਰੇ ਕੋਲੋਂ ਹੀ ਟੁੱਟਿਆ। ਤੇ ਗੁਰੂ ਹਰਗੋਬਿੰਦ ਸਾਹਿਬ ਨੇ ਆਖਿਆ ਸੀ ਜੇ ਚੋਲਾ ਇੰਨਾ ਲੰਮਾ ਪਾਉਣ ਦਾ ਸ਼ੌਂਕ ਹੈ ਤੇ ਇਹਨੂੰ ਸੰਭਾਲ ਕੇ ਚੱਲਣ ਦੀ ਵੀ ਆਦਤ ਪਾਓ। ਇਹ ਸਾਨੂੰ ਇੱਕ ਸਿੱਖਿਆ ਸੀ ਕਿ ਆਪਣਾ ਜੀਵਨ ਇਦਾਂ ਦਾ ਬਣਾਓ ਕਿ ਤੁਹਾਡੇ ਜੀਵਨ ਕਰਕੇ ਕਿਸੇ ਨੂੰ ਕੋਈ ਚੋਟ ਨਾ ਪਹੁੰਚੇ। ਤੁਹਾਡੇ ਜੀਵਨ ਕਰਕੇ, ਤੁਹਾਡੇ ਦੋ ਬੋਲਾਂ ਕਰਕੇ, ਤੁਹਾਡੇ ਦੋ ਕਦਮ ਚੱਲਣ ਨਾਲ ਕਿਸੇ ਨੂੰ ਨੁਕਸਾਨ ਨਾ ਹੋਵੇ। ਆਪਣਾ ਜੀਵਨ ਇਸ ਤਰ੍ਹਾਂ ਦਾ ਬਣਾਓ। ਅਸੀਂ ਸਮਾਜ ਵਿੱਚ, ਪਰਿਵਾਰ ਵਿੱਚ ਇਸ ਤਰ੍ਹਾਂ ਦਾ ਜੀਵਨ ਬਣਾਉਣਾ ਕਿ ਸਾਡੇ ਕਰਕੇ ਕੋਈ ਟੁੱਟੇ ਨਾ, ਸਗੋਂ ਸਾਡੇ ਜੀਵਨ ਕਰਕੇ ਕੋਈ ਟੁੱਟਿਆ ਹੋਇਆ ਵੀ ਜੁੜ ਜਾਏ। ਪਰ ਅਸੀਂ ਸਮਾਜ ਤੇ ਪਰਿਵਾਰ ਵਿੱਚ ਇਹ ਗੁਣ ਤਾਂ ਬਣਾਵਾਂਗੇ ਜੇ ਸਾਡਾ ਸਭ ਤੋਂ ਪਹਿਲਾ ਗੁਣ ਗੁਰੂ ਘਰ ਵਿੱਚ ਬਣੇਗਾ। ਅਸੀਂ ਇੱਥੇ ਟੁੱਟਿਆਂ ਨੂੰ, ਜੁੜਿਆਂ ਨੂੰ ਤੋੜਨਾ ਨਹੀਂ ਹੈ। ਜਿਹੜੇ ਰੱਬੀ ਬਾਣੀ ਨਾਲ ਜੁੜੇ ਬੈਠੇ ਆ, ਜਿਹੜੇ ਨਾਮ ਰਸ ਵਿੱਚ ਜੁੜੇ ਬੈਠੇ ਆ, ਸਾਡਾ ਦੋ ਕਦਮ ਦਾ ਚੱਲਣਾ ਜਾਂ ਕਿਤੇ ਉੱਠਣਾ ਸਾਡਾ ਇਦਾਂ ਦਾ ਨਾ ਹੋ ਜਾਏ ਕਿ ਅਸੀਂ ਆਪ ਤਾਂ ਉੱਠੇ ਹੀ ਉੱਠਿਆਂ ਨਾਲ ਕਈਆਂ ਦੀ ਸੁਰਤ ਨੂੰ ਉਠਾ ਦਿੱਤਾ। ਅਸੀਂ ਆਪ ਤਾਂ ਦੋ ਕਦਮ ਚੱਲ ਕੇ ਆਏ ਆ, ਪਰ ਐਸਾ ਨਾ ਹੋਵੇ ਕਿ ਜਿਹੜੇ ਜੁੜੇ ਬੈਠੇ ਆ ਸਾਡੀ ਹਰਕਤ ਨਾਲ ਸਾਰਿਆਂ ਦਾ ਧਿਆਨ ਗੁਰਬਾਣੀ ਵੱਲੋਂ ਹਟ ਕੇ ਉਸ ਪਾਸੇ ਚਲਾ ਜਾਏ। ਅਸੀਂ ਇੱਥੇ ਪੁੰਨ ਕਮਾਉਣ ਆਏ ਆ, ਇੱਥੇ ਪਾਪ ਕਮਾਉਣ ਵਾਸਤੇ ਨਹੀਂ। ਗੁਰੂ ਦਰ ਤੇ ਆ ਕੇ ਵੀ ਇਸ ਤਰ੍ਹਾਂ ਜੁੜੀਏ ਕਿ ਸਾਡੇ ਆਉਣ ਨਾਲ ਕਿਸੇ ਦੀ ਸੁਰਤ ਨਾ ਹਿੱਲੇ, ਤੇ ਬਾਹਰ ਸਮਾਜ ਵਿੱਚ, ਪਰਿਵਾਰ ਵਿੱਚ ਵੀ ਇਸ ਤਰ੍ਹਾਂ ਵਿਚਰੀਏ ਕਿ ਸਾਡੇ ਬੋਲਣ ਨਾਲ, ਸਾਡੇ ਚੱਲਣ ਨਾਲ ਕਿਸੇ ਨੂੰ ਕੋਈ ਦੁੱਖ ਜਾਂ ਕੋਈ ਚੋਟ ਨਾ ਪਹੁੰਚੇ। ਗੁਰੂ ਹਰ ਰਾਏ ਸਾਹਿਬ ਨੇ ਉਹ ਆਪਣੇ ਪੱਲੇ ਬੰਨ ਲਏ ਬੋਲ ਤੇ ਸਾਰੀ ਜ਼ਿੰਦਗੀ ਉਸ ਚੋਲੇ ਨੂੰ ਸੰਭਾਲ ਕੇ ਚੱਲੇ ਆ। ਕਹਿੰਦੇ ਤੁਸੀਂ ਉਸ ਤਖਤ ਦੇ ਮਾਲਕ ਬਣਨਾ ਜਿੱਥੇ ਜੁੜਿਆਂ ਨੂੰ ਤੋੜਨਾ ਨਹੀਂ, ਤੋੜਿਆਂ ਹੋਇਆਂ ਟੁੱਟਿਆਂ ਹੋਇਆਂ ਨੂੰ ਤੁਸੀਂ ਗੁਰਮਤ ਦੇ ਨਾਲ ਜੋੜ ਕੇ ਤੁਸੀਂ ਨਿਰੰਕਾਰ ਦੇ ਰਾਹ ਪਾਉਣਾ ਹੈ। ਗੁਰੂ ਹਰ ਰਾਏ ਸਾਹਿਬ ਜੀ ਨੂੰ ਜਦੋਂ ਗੁਰਮਤ ਦੀਆਂ ਗੁੜਤੀਆਂ ਦਿੱਤੀਆਂ, ਸਮਾਜਿਕ ਸੇਵਾ ਦੀਆਂ ਗੁੜਤੀਆਂ ਦਿੱਤੀਆਂ, ਸਮਾਜ ਦੇ ਭਲੇ ਦੀਆਂ ਗੁੜਤੀਆਂ ਦਿੱਤੀਆਂ, ਤੇ ਜਿਸ ਦਿਨ ਵੇਖਿਆ ਵੀ ਇਹ ਤਖਤ ਦੇ ਯੋਗ ਹੋ ਗਏ ਨੇ, ਤਾਂ ਅੱਜ ਦੇ ਦਿਨ ਫਿਰ ਗੁਰੂ ਹਰ ਰਾਏ ਸਾਹਿਬ ਜੀ ਨੂੰ ਇਸ ਤਖਤ ਦੇ ਯੋਗ ਸਮਝਦਿਆਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਉਸ ਪਵਿੱਤਰ ਅਸਥਾਨ ਤੇ ਮਹਾਰਾਜ ਨੇ ਗੁਰਿਆਈ ਦੇ ਕੇ ਤੇ ਚਵਰ ਛਤਰ ਤਖਤ ਦੇ ਮਾਲਕ ਬਣਾਇਆ ਹੈ। ਸਤਿਗੁਰੂ ਗੁਰੂ ਹਰ ਰਾਏ ਸਾਹਿਬ ਜੀ ਨੇ ਤਖਤ ਤੇ ਬੈਠ ਕੇ ਉਹਨਾਂ ਜ਼ਿੰਮੇਵਾਰੀਆਂ ਨੂੰ ਸੰਭਾਲਦਿਆਂ ਹੋਇਆਂ ਅੰਦਰ ਦੇ ਵੀ ਰੋਗ ਕੱਟੇ ਨੇ ਤੇ ਬਾਹਰ ਦੇ ਰੋਗ ਵੀ ਕੱਟੇ ਆ। ਨਾਲ ਅੰਦਰ ਦੇ ਰੋਗ ਸਰਬ ਰੋਗ ਕਾ ਔਖਦ ਨਾਮ ਦੇ ਕੇ, ਤੇ ਬਾਹਰੋਂ ਗੁਰੂ ਹਰ ਰਾਏ ਸਾਹਿਬ ਨੇ ਕੀਰਤਪੁਰ ਸਾਹਿਬ ਦਵਾਖਾਨਾ ਖੋਲਿਆ। ਉਹਦੇ ਵਿੱਚ ਜਿਹੜੀਆਂ ਜੜੀਆਂ ਬੂਟੀਆਂ ਦਵਾਈਆਂ ਸਤਿਗੁਰੂ ਜੀ ਨੇ ਲਿਆ ਕੇ ਰੱਖੀਆਂ ਵੀ ਆਓ ਜਿੱਥੇ ਅੰਦਰ ਦੇ ਮਾਨਸਿਕ ਰੋਗ ਕੱਟਣੇ ਆ, ਉੱਥੇ ਤੁਸੀਂ ਤਨ ਦੇ ਰੋਗ ਕੱਟਣ ਵਾਸਤੇ ਵੀ ਇੱਥੋਂ ਆਪਣੀਆਂ ਦਵਾਈਆਂ ਬਿਨਾਂ ਕਿਸੇ ਵਿਤਕਰੇ ਦੇ, ਬਿਨਾਂ ਕਿਸੇ ਅਮੀਰੀ ਗਰੀਬੀ ਊਚ ਨੀਚਤਾ ਦੇ, ਸਤਿਗੁਰੂ ਜੀ ਨੇ ਮਨੁੱਖਤਾ ਦੀ ਸੇਵਾ ਵਾਸਤੇ ਜਿੱਥੇ ਦਵਾਖਾਨਾ ਖੋਲਿਆ, ਉੱਥੇ ਗੁਰੂ ਸਾਹਿਬ ਜੀ ਨੇ ਬਾਗ ਬੂਟਿਆਂ ਦਾ ਬੜਾ ਧਿਆਨ ਰੱਖਿਆ। ਅਸੀਂ ਅੱਜ ਰੱਖਦੇ ਹਾਂ ਕਿਉਂ?
ਕਿਉਂਕਿ ਸਾਨੂੰ ਪਤਾ ਹੈ ਵੀ ਜੇ ਬਾਗ ਬੂਟੇ ਨਹੀਂ ਹੋਣਗੇ, ਜੇ ਇਹ ਹਰਿਆਵਲੀ ਨਹੀਂ ਹੋਏਗੀ ਤੇ ਸਾਡਾ ਜੀਵਨ ਹਰਿਆ ਭਰਿਆ ਕਿੱਥੋਂ ਰਹੇਗਾ। ਹਵਾ ਵੀ ਦੂਸ਼ਿਤ ਹੋ ਗਈ, ਪਾਣੀ ਵੀ ਦੂਸ਼ਿਤ ਹੋ ਗਿਆ, ਮਿੱਟੀ ਵੀ ਦੂਸ਼ਿਤ ਹੋ ਗਈ। ਇਹਨੂੰ ਦੁਬਾਰਾ ਅਸੀਂ ਦੂਸ਼ਿਤ ਰਹਿਤ ਰੱਖਣ ਵਾਸਤੇ ਅੱਜ ਬਾਗ ਬੂਟੇ ਲਾ ਰਹੇ ਹਾਂ। ਇਹ ਗੁਰੂ ਹਰਿਰਾਏ ਸਾਹਿਬ ਜੀ ਨੇ ਕੀਰਤਪੁਰ ਸਾਹਿਬ ਬੜਾ ਧਿਆਨ ਰੱਖਿਆ ਕਿ ਤੁਸੀਂ ਅੰਦਰੋਂ ਵੀ ਹਰੇ ਹੋਵੋ, ਬਾਹਰੋਂ ਵੀ ਹਰੇ ਹੋ ਜਾਓ। ਤੇ ਨਾਲ ਨਾਲ ਗੁਰੂ ਸਾਹਿਬ ਜੀ ਨੇ ਇੱਕ ਸਿੱਖਿਆ ਦਿੱਤੀ ਕਿ ਗੁਰਬਾਣੀ ਦਾ ਅਦਬ ਕਰਨਾ ਕਦੇ ਭੁੱਲਣਾ ਨਾ, ਗੁਰਬਾਣੀ ਦਾ ਸਤਿਕਾਰ ਕਰਨਾ ਕਦੇ ਨਾ ਭੁੱਲਣਾ। ਜੋ ਗੁਰਬਾਣੀ ਪੈ ਅਦਬ ਨਾ ਧਾਰਾ, ਜਾਣੋ ਸੋ ਸਿੱਖ ਨਹੀਂ ਹਮਾਰਾ। ਤੇ ਇੱਕ ਦਿਨ ਸੰਗਤ ਨੇ ਆਖਿਆ, ਮਹਾਰਾਜ ਤੁਸੀਂ ਰੋਜ਼ ਸਾਨੂੰ ਕਹਿੰਦੇ ਹੋ ਸੋ ਸਿੱਖ ਨਹੀਂ ਹਮਾਰਾ, ਉਹ ਮੇਰਾ ਸਿੱਖ ਨਹੀਂ ਹੋ ਸਕਦਾ। ਅੱਜ ਤੁਹਾਡੇ ਪੁੱਤਰ ਨੇ ਗਲਤੀ ਕਰਤੀ, ਅੱਜ ਰਾਮ ਰਾਏ ਨੇ ਗਲਤੀ ਕਰ ਦਿੱਤੀ ਹੈ। ਅੱਜ ਰਾਮ ਰਾਏ ਨੇ ਮਿੱਟੀ ਮੁਸਲਮਾਨ ਕੀ ਜਗ੍ਹਾ ਤੇ ਮਿੱਟੀ ਬੇਈਮਾਨ ਕਹਿ ਕੇ ਅਰਥ ਗਲਤ ਕਰ ਦਿੱਤੇ ਆ। ਤੇ ਗੁਰੂ ਸਾਹਿਬ ਕਹਿੰਦੇ, ਗੁਰੂ ਕੇ ਸਿੱਖੋ, ਮੈਂ ਤੁਹਾਡੇ ਵਿੱਚ ਤੇ ਆਪਣੇ ਪੁੱਤਰਾਂ ਵਿੱਚ ਕਦੇ ਫਰਕ ਨਹੀਂ ਸਮਝਿਆ, ਕਦੇ ਨਹੀਂ ਸਮਝਿਆ। ਜੇ ਗੁਰੂ ਕੋ ਸਿੱਖੋ ਤੁਹਾਡੇ ਲਈ ਇਹ ਨਿਯਮ ਹੈ ਤੇ ਮੇਰੇ ਪੁੱਤਰਾਂ ਵਾਸਤੇ ਵੀ ਇਹ ਨਿਯਮ ਹੈ। ਜੇ ਉਹਨੇ ਗੁਰਬਾਣੀ ਦੀ ਬੇਅਦਬੀ ਕੀਤੀ ਆ ਤੇ ਫਿਰ ਅੱਜ ਤੋਂ ਬਾਅਦ ਰਾਮ ਰਾਏ ਨੂੰ ਕਹਿ ਦਿਓ ਕਿ ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰ ਰਾਏ ਸਾਹਿਬ ਜੀ ਦੇ ਮੱਥੇ ਨਾ ਲੱਗੇ, ਕਿਉਂਕਿ ਅੱਜ ਤੋਂ ਮੈਂ ਉਹਦਾ ਪਿਤਾ ਨਹੀਂ, ਉਹ ਮੇਰਾ ਪੁੱਤਰ ਨਹੀਂ ਹੈ। ਗੁਰੂ ਸਾਹਿਬ ਨੇ ਉਸੇ ਵੇਲੇ ਰਿਸ਼ਤਾ ਤੋੜ ਦਿੱਤਾ, ਕਾਰਨ ਕਿ ਗੁਰਬਾਣੀ ਦਾ ਅਦਬ ਨਹੀਂ, ਗੁਰਬਾਣੀ ਦਾ ਸਤਿਕਾਰ ਨਹੀਂ। ਇਸ ਲਈ ਜੇ ਅਸੀਂ ਗੁਰੂ ਦੇ ਪੁੱਤਰ ਗੁਰਸਿੱਖ ਅਖਵਾਉਣਾ ਚਾਹੁੰਦੇ ਹਾਂ, ਸਭ ਤੋਂ ਪਹਿਲਾਂ ਤਾਂ ਗੁਰਬਾਣੀ ਦਾ ਅਦਬ ਕਰਨਾ ਸਿੱਖੀਏ, ਗੁਰਬਾਣੀ ਦਾ ਸਤਿਕਾਰ, ਗੁਰਬਾਣੀ ਨਾਲ ਪਿਆਰ ਪਾਓ, ਫਿਰ ਗੁਰੂ ਸਾਹਿਬ ਜੀ ਦੀਆਂ ਰਹਿਮਤਾਂ ਮਿਲਣਗੀਆਂ। ਐਸੇ ਦੀਨ ਦਿਆਲ ਸਮਰੱਥ ਗੁਰੂ ਹਰਿਰਾਏ ਸਾਹਿਬ ਜੀ ਨੇ ਬੜੀਆਂ ਰਹਿਮਤਾਂ ਵਰਤਾਈਆਂ ਨੇ। ਅੱਜ ਗੁਰੂ ਹਰਿਰਾਏ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਤੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਆਪ ਜੀ ਨੂੰ ਬਹੁਤ ਬਹੁਤ ਵਧਾਈਆਂ। ਜਿਹੜਾ ਧਿਆਨ ਗੁਰੂ ਹਰਿਰਾਏ ਸਾਹਿਬ ਜੀ ਨੇ ਰੱਖਿਆ ਤੇ ਸਾਨੂੰ ਰੱਖਣ ਲਈ ਕਿਹਾ, ਉਹ ਧਿਆਨ ਜ਼ਰੂਰ ਰੱਖੀਏ। ਆਪਾਂ ਸਮਾਜਿਕ ਸੇਵਾ ਕਿਵੇਂ ਕਰਨੀ ਹੈ, ਅਸੀਂ ਕਿਵੇਂ ਜਿਹੜਾ ਦਵਾਈ ਦੇ ਰੂਪ ਵਿੱਚ ਜਾਂ ਲੋੜਵੰਦਾਂ ਦੇ ਰੂਪ ਵਿੱਚ ਕਿਸੇ ਦੀ ਲੋੜ ਜ਼ਰੂਰਤ ਨੂੰ ਕਿਵੇਂ ਪੂਰਾ ਕਰਨਾ ਹੈ, ਹਰਿਆਵਲੀ ਕਿਵੇਂ ਬਰਕਰਾਰ ਰੱਖਣੀ ਹੈ, ਤੇ ਨਾਮ ਬਾਣੀ ਦਾ ਅਭਿਆਸ ਕਰਦਿਆਂ ਗੁਰਬਾਣੀ ਦਾ ਸਤਿਕਾਰ ਕਿਵੇਂ ਕਰਨਾ ਹੈ, ਇਹ ਸਾਨੂੰ ਗੁਰੂ ਹਰਿਰਾਏ ਸਾਹਿਬ ਜੀ ਨੇ ਸਿਖਾਇਆ। ਤੋ ਆਪ ਸਾਰੀ ਸੰਗਤ ਨੂੰ ਬਹੁਤ ਬਹੁਤ ਮੁਬਾਰਕ, ਵਧਾਈਆਂ ਨੇ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਮੇਰ ਦਾ ਹੱਥ ਰੱਖਣ, ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ, ਬਾਣੇ ਬਾਣੀ ਦੇ ਧਾਰਨੀ ਬਣਾਉਣ, ਅੰਮ੍ਰਿਤ ਵੇਲੇ ਦੀ ਸੰਭਾਲ ਬਖਸ਼ਣ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਬਚਨ ਆਪਣੇ ਹਿਰਦੇ ਦੇ ਅੰਦਰ ਵਸਾ ਲਈਏ ਜੀ। ਤੁਧ ਬਾਜਹੁ ਥਾਉ ਕੋ ਨਾਹੀ, ਜਿਸ ਪਾਸਹੁ ਮੰਗੀਐ, ਮਨ ਵੇਖੋ ਕੋ ਨਿਰਜਾਸ। ਸਭ ਤੁਧੈ ਨੋ ਸਲਾਹਾਂ ਦੇ, ਦਰ ਗੁਰਮੁਖਾ ਨੋ ਪ੍ਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।